ਸਰਬੱਤ ਸੰਗਤ ਨੂੰ ਬੇਨਤੀ ਹੈ ਕਿ ਬੜੇ ਪਿਆਰ ਦੇ ਨਾਲ ਦੀਵਾਨ ਦੇ ਵਿੱਚ ਬੈਠ ਕੇ ਗਿਆਨੀ ਗੁਰਮੇਜ ਸਿੰਘ ਜੀ ਬੀਏ ਤਿਨਾਂ ਦੇ ਢਾਡੀ ਜਥੇ ਦੇ ਪਾਸੋਂ 1.5 ਘੰਟੇ ਦੇ ਵਾਸਤੇ ਤੇ 2:30 ਵਜੇ ਦਾ ਸਮਾਂ ਹੋ ਚੁੱਕਾ ਹੈ। 4 ਵਜੇ ਤੱਕ ਦਾ ਸਮਾਂ ਇਹਨਾਂ ਨੇ ਗੁਰੂ ਕੀ ਸੰਗਤ ਦੇ ਦਰਸ਼ਨ ਕਰਨੇ ਨੇ। ਸਰਬੱਤ ਸੰਗਤ ਨੂੰ ਬੇਨਤੀ ਹੈ गुरु का लंगर प्रसाद छक के गुरु के दीवान दे विच विराजमान हो के गुरु का हरजा जिहड़ा श्रवण करिए जी। ज्ञानी गुरमेज सिंह जी भी इतना दा ढाडी जथा जी। वाहिगुरु जी का खालसा वाहिगुरु जी की फतेह। वाहिगुरु जी वाहिगुरु जी वाहिगुरु वाहिगुरु जी। एक मिनट आ एक बच्चा स्टेज दे लागे पहुंचिया, ਇਹਦੇ ਮਾਤਾ ਪਿਤਾ ਜੀ ਕਿਤੇ ਵਿਛੜ ਗਏ ਨੇ। ਇਹ ਬੱਚਾ ਨਹੀਂ ਗਵਾਚਿਆ, ਦੀ ਮਾਂ ਤੇ ਇਹਦਾ ਬਾਪੂ ਗਵਾਚ ਗਏ ਨੇ। ਜਿੱਥੇ ਉਹ ਗਵਾਚੇ ਆਵਾਜ਼ ਨੂੰ ਸੁਣਦੇ ਹੋਣ ਉਹ ਸਟੇਜ ਦੇ ਲਾਗੇ ਆ ਕੇ ਆਪਣੇ ਬੱਚੇ ਨੂੰ ਲੈ ਜਾਣੇ। ਸਰਦਾਰ ਬੱਚਾ ਚਿੱਟੇ ਰੰਗ ਦੀ ਦਸਤਾਰ ਸਜਾਈ ਆ, ਪੀਲੇ ਰੰਗ ਦਾ ਕਮੀਜ਼ ਇਹਨੇ ਪਾਇਆ। ਇਹ ਪੰਡਾਲ ਦੇ ਅਗਲੇ ਪਾਸੇ ਜਿਹੜਾ ਵਿਰਾਜਮਾਨ ਹੈ, ਜਿੱਥੇ ਇਹਦੇ ਮਾਤਾ ਪਿਤਾ ਗਵਾਚੇ ਹੋਣ, ਕਿਤੇ ਪਕੌੜੇ ਜਲੇਬ ਖਾਂਦੇ, ਉਹ ਆਣ ਕੇ ਆਪਣਾ ਬੱਚਾ ਜਿਹੜਾ ਪਛਾਣ ਕੇ ਲੈ ਸਕਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ वाहिगुरु जी 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 सुनिया उन्हां दा होवे इखलाक उच्चा, जेड़े तेरी हजूरी विच झुक जांदे। जीवन लहर फिर उन्हां चों होए पैदा, बूटे जिंदगी दे जेड़े ने सुक जांदे। शरदा नाल जो तेरे दरबार आवे, ओदे गेड़ 84 दे मुक जांदे। शरदा दे नाल दर तेरे ते आवे जो, मन पाउंदियां दाता दाता तैथों पावे ओ। असी रहिए तेरे बन के कर्म कमावो दाता जी। असी जाचक तेरे दर दे चरनी लावो दाता जी। असी जाचक तेरे दर दे चरनी लावो दाता जी। सानू दर आया नू ओ कदे ना
ਡੋਲੇ ਸਾਹਿਬ ਜਿਸ ਦੇ ਵੱਲ ਹੋਵੇ, ਤੇਰੀ ਕਿਰਪਾ ਦੇ ਨਾਲ ਹਰ ਮੁਸ਼ਕਲ ਦਾ ਹੱਲ ਹੋਵੇ। ਉਹ ਕਦੇ ਨਾ ਡੋਲੇ ਸਾਹਿਬ ਜਿਸ ਦੇ ਵੱਲ ਹੋਵੇ, ਤੇਰੀ ਕਿਰਪਾ ਦੇ ਨਾਲ ਹਰ ਮੁਸ਼ਕਲ ਦਾ ਹੱਲ ਹੋਵੇ। ਉਹ ਕਦੇ ਨਾ ਡੋਲੇ ਸਾਹਿਬ ਜਿਸ ਦੇ ਵੱਲ ਹੋਵੇ, ਤੇਰੀ ਕਿਰਪਾ ਦੇ ਨਾਲ ਹਰ ਮੁਸ਼ਕਲ ਦਾ ਹੱਲ ਹੋਵੇ। ਜੇ ਭਟਕ ਜਾਈਏ ਤਾਂ ਮਾਰ ਕੇ ਆਵਾਜ਼ ਬੁਲਾਵੋ ਲਾਵੋ ਦਾਤਾ ਜੀ, ਅਸੀਂ ਜਾਚਕ ਤੇਰੇ ਦਰ ਦੇ ਚਰਨੀ ਲਾਵੋ ਦਾਤਾ ਜੀ। ਅਸੀਂ ਜਾਚਕ ਤੇਰੇ ਦਰ ਦੇ ਚਰਨੀ ਲਾਵੋ ਦਾਤਾ ਜੀ। ਚਰਨੀ ਲਾਵੋ ਦਾਤਾ ਜੀ, ਚਰਨੀ ਲਾਵੋ ਦਾਤਾ ਜੀ। ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਮੋਹ ਪਰਮ ਪਹਿ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉੱਤਮ ਪੰਥ ਸੁਨਹੁ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਣਾਈ। ਅਸੀਂ ਖੱਤੇ ਬਹੁਤ ਕਮਾਵੰਦੇ, ਕਿਛ ਅੰਤ ਨ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲਿਓ, ਹਉ ਪਾਪੀ ਵੱਡ ਗੁਨਹਗਾਰ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗਣ ਹਮਾਰੇ। ਦਇਆ ਕਰੋ ਕਿਸ਼ਮੇਰ ਉਪਾਵੋ, ਡੁੱਬਦੇ ਪੱਥਰ ਤਾਰੇ। ਜੀੜਾ ਅਗਨ ਬਰਾਬਰ ਤਪੇ, ਭੀਤਰ ਵਗੇ ਕਾਤੀ। ਪ੍ਰਣਮਤ ਨਾਨਕ ਹੁਕਮ ਪਛਾਣੈ, ਸੁਖ ਹੋਵੇ ਦਿਨ ਰਾਤੀ। ਮਨੁੱਖਤਾ ਦੇ ਕੇਂਦਰ, ਦੋ ਜਹਾਨ ਦੇ ਵਾਲੀ। ਵਾਲੀਏ ਕੁਲ ਆਲਮ, ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਕੱਦਸ ਤੇ ਮੁਤਬਰਕ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤ ਸੰਗੀ ਜਨੋ, ਫਤਿਹ ਦੇ ਪਾਵਨ ਸਿਮਰਨ ਦੇ ਨਾਲ ਆਪਣੀ ਤੇ ਸਾਡੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਉਂਦੇ ਹੋਏ ਗੱਜ ਕੇ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਮੇਰੀ ਕੌਮ ਦੇ ਮਹਾਨ ਵਿਦਵਾਨ, ਜਿਨ੍ਹਾਂ ਨੂੰ ਪੰਥ ਵੱਲੋਂ ਭਾਈ ਸਾਹਿਬ ਦੀ ਉਪਾਧੀ ਮਿਲੀ ਹੋਈ, ਉਹਨਾਂ ਦਾ ਇੱਕ ਇੱਕ ਬਚਨ ਇੰਨਾ ਬਰੀਕੀ, ਗਹਿਰਾਈ ਤੇ ਉਚਾਈ ਵਾਲਾ ਹੈ ਕਿ ਉਹਨਾਂ ਦੀ ਤਾਰੀਫ ਕਰਨੀ ਮੇਰੇ ਕੋਲ ਐਸੇ ਲਫ਼ਜ਼ ਨਹੀਂ। ਪਰ ਫਿਰ ਵੀ ਜੋ ਕੁਝ ਮੈਂ ਜਾਣਦਾ ਹਾਂ, ਜੋ ਸਮਝਦਾ ਹਾਂ, ਜਿੰਨੇ ਅੱਖਰ ਪ੍ਰਮਾਤਮਾ ਨੇ ਬਖਸ਼ੇ ਨੇ, ਉਹ ਬੜੇ ਚੰਗੇ ਢੰਗ ਦੇ ਨਾਲ ਇਸ ਗੱਲ ਤੇ ਜ਼ੋਰ ਦੇ ਕੇ ਗਏ ਨੇ, ਲੋਕਾਂ ਦੀਆਂ ਲਕੀਰਾਂ ਕੱਟਣ ਵਾਲਿਓ, ਆਪਣੀ ਲੀਕ ਲੰਬੀ ਖਿੱਚਦੇ ਹੋ ਤੇ ਜਿਹੜੀਆਂ ਛੋਟੀਆਂ ਨੇ ਮਿਟਾਉਣ ਦੀ ਲੋੜ ਨਹੀਂ, ਉਧਰ ਲੋਕਾਂ ਦਾ ਧਿਆਨ ਖੁਦ ਨਹੀਂ ਜਾਏਗਾ। ਧਿਆਨ ਦੇਣਾ, ਮੈਂ ਦੁਬਾਰਾ ਬੇਨਤੀ ਕਰਾਂ, ਆਪਣੀ ਲਕੀਰ ਲੰਬੀ ਖਿੱਚਦੇ ਹੋ। ਬੰਦਗੀ ਕਰੀਏ, ਗੁਰੂ ਨਾਨਕ ਦੇ ਸਿਧਾਂਤ ਨੂੰ ਅਪਣਾਈਏ, ਤੇ ਜਿਹੜੇ ਗੁਰੂ ਨਾਨਕ ਮਹਾਰਾਜ ਦੇ ਸਿਧਾਂਤ ਤੇ ਨਹੀਂ ਚੱਲਦੇ, ਸਾਡੀ ਜ਼ਿੰਦਗੀ ਇਸ ਤਰ੍ਹਾਂ ਦੀ ਹੋਵੇ ਕਿ ਉਹ ਲੋਕ ਆਪਣੇ ਆਪ ਤੁਹਾਡਾ ਜੀਵਨ ਵੇਖ ਕੇ ਸਿੱਖੀਜ਼ਮ ਵਾਲੇ ਪਾਸੇ ਨੂੰ ਪਾਸਾ ਮੋੜ ਲੈਣਗੇ। ਕੁੱਲ ਮਿਲਾ ਕੇ ਜੋ ਮੈਂ ਰਿਜ਼ਲਟ ਕੱਢਿਆ, ਸਾਰਾ ਉਹਨਾਂ ਦਾ ਇਸ ਗੱਲ ਦੇ ਉੱਤੇ ਕੇਂਦਰ, ਲਗਭਗ 1.5 ਘੰਟਾ ਉਹਨਾਂ ਲੈਕਚਰ ਕੀਤਾ ਹੈ। ਔਰ ਗੱਲ ਬਿਲਕੁਲ ਮੇਰੇ ਦਿਲ ਨੂੰ ਲੱਗੀ, ਇਹ ਗੱਲ ਸੱਚ ਹੈ। ਜਦੋਂ ਅਸੀਂ ਦੂਜਿਆਂ ਦਾ ਕਚਰਾ ਕੱਢਦੇ, ਉਹ ਸਾਡਾ ਕਚਰਾ ਕੱਢਣ ਲੱਗ ਪੈਂਦੇ ਨੇ। ਕਹਿੰਦੇ ਬੰਦਗੀ ਕਰੋ, ਨਾਮ ਜਪੋ, ਉੱਚਾ ਜੀਵਨ ਹੋ ਜਾਏ, ਤੁਹਾਡੀ ਖੁਸ਼ਬੂ ਦੇ ਨਾਲ ਲੋਕੀ ਆਪਣੇ ਆਪ ਉਹ ਸਿੱਖੀ ਵਾਲੇ ਪਾਸੇ ਤੁਰ ਪੈਣਗੇ। ਆਓ ਤੱਕੋ ਜਰਾ, ਮੈਂ ਬੇਨਤੀ ਕਰ ਰਿਹਾ ਹਾਂ, ਜਿਹੜੀ ਖੇਡ ਹੈ ਇਹ ਬਿਨਾਂ ਸ਼ੌਕ ਤੋਂ ਨਹੀਂ ਖੇਡੀ ਜਾਂਦੀ। ਆ ਛੋਟੇ ਛੋਟੇ ਬੱਚੇ ਖੇਡਦੇ ਨੇ, ਇਹਨਾਂ ਨੂੰ ਕੋਈ ਗਰਜ ਨਹੀਂ, ਲੇਕਿਨ ਅੰਦਰ ਸ਼ੌਕ ਹੁੰਦਾ ਏ। ਭਾਵੇਂ ਵੱਡੇ ਨੌਜਵਾਨ ਵੀ ਖੇਡਾਂ ਖੇਡਦੇ ਨੇ, ਬਿਨਾਂ ਸ਼ੌਕ ਤੋਂ ਚੰਗਾ ਕਬੱਡੀ ਵਾਲਾ, ਚੰਗਾ ਕ੍ਰਿਕਟਰ, ਚੰਗਾ ਬਾਸਕਟਬਾਲ ਦਾ ਖਿਡਾਰੀ ਨਹੀਂ ਬਣ ਸਕਦਾ। ਇਸੇ ਤਰ੍ਹਾਂ ਜੇ ਚੰਗਾ ਸਿੱਖ ਬਣਨਾ ਚਾਹੁੰਦਾ ਹੈ, ਗੁਰੂ ਨਾਨਕ ਮਹਾਰਾਜ ਨੇ ਚੰਗਾ ਸਿੱਖ ਬਣਨ ਦੀ ਤੇ ਉਸ ਖੇਡ ਦੀ ਸਾਨੂੰ ਬੜੇ ਪਿਆਰ ਦੇ ਨਾਲ ਉਹਨਾਂ ਉਪਦੇਸ਼ਤਾ ਕੀਤੀ ਏ। ਉਹ ਕਿਹੜੀ ਏ? ਕਹਿੰਦੇ ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਖੇਲਣ ਸ਼ੌਕ ਦੇ ਨਾਲ, ਮਜਬੂਰੀ ਨਹੀਂ। ਜੇ ਕੋਈ ਬੰਦਾ ਇਹ ਸੋਚੇ ਕਿ ਮੈਂ ਮਜਬੂਰੀ ਬਸ ਇੱਥੇ ਆ ਕੇ ਬੈਠਾ, ਬਿਲਕੁਲ ਗਲਤ ਗੱਲ ਹੈ। ਸਿੱਖ ਬਣਨਾ ਮਜਬੂਰੀ ਨਹੀਂ, ਸਿੱਖਣਾ ਇਸ ਕਰਕੇ ਹੈ ਕਿ ਪ੍ਰਮਾਤਮਾ ਦੇ ਮਾਰਗ ਤੇ ਚੱਲੀਏ ਔਰ ਗੁਰੂ ਨਾਨਕ ਮਹਾਰਾਜ ਦੇ ਸਿਧਾਂਤ ਨੂੰ ਸਮਝੀਏ ਤੇ ਸਾਡਾ 84 ਲੱਖ ਵਾਰ ਦਾ ਜੰਮਣਾ ਤੇ ਮਰਨਾ ਮੁੱਕ ਜਾਏ। 6 ਮੁਕਤ
ਛੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਮੂਏ ਹੋਏ ਜੋ ਮੁਕਤ ਦੇਹੋਗੇ, ਤੇਰੀ ਮੁਕਤ ਨਾ ਜਾਣੇ ਕੋਇਲਾ। ਜੀਵਤ ਮੁਕਤ ਹੋ ਜਾਈਏ ਤਾਂ ਗੁਰੂ ਦਰਬਾਰ ਵਿੱਚ ਚੌਂਕੜੇ ਮਾਰ ਕੇ ਸਮਾਧੀਆਂ ਲਾ ਕੇ ਬੈਠੇ ਆ। ਮੈਂ ਬੇਨਤੀ ਕਰ ਰਿਹਾ ਸਾਂ, ਖੇਡ ਸ਼ੌਕ ਤੋਂ ਬਿਨਾ ਖੇਡੀ ਨਹੀਂ ਜਾਂਦੀ। ਕਹਿੰਦੇ ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਦੁਨੀਆ ਦੀਆਂ ਖੇਡਾਂ ਵੇਖਣ ਨੂੰ ਸੌਖੀਆਂ ਜਾਪਦੀਆਂ ਨੇ। ਕਿਸੇ ਨੂੰ ਕਹਿ ਦਈਏ ਨਾ ਕੰਮ ਜਲਦੀ ਨਾਲ ਹੋ ਜਾਏਗਾ, ਕਹਿੰਦਾ ਇਹ ਤੇ ਖੱਬੇ ਹੱਥ ਦੀ ਖੇਡ ਹੈ। ਪਰ ਜਿਹੜੀ ਖੇਡ ਬਾਬੇ ਨਾਨਕ ਨੇ ਦਿੱਤੀ ਏ, ਇਹ ਦੁਨੀਆ ਦੀਆਂ ਖੇਡਾਂ ਨਾਲੋਂ ਸੌਖੀ ਨਹੀਂ। ਇਹ ਖੇਡ ਉਹ ਹੀ ਖੇਡ ਸਕਦਾ ਏ ਜਿਹੜਾ ਮੌਤ ਨੂੰ ਮਖੌਲਾਂ ਕਰਦਾ ਹੈ, ਜਿਹੜਾ ਗੁਰਬਾਣੀ ਪੜ੍ਹਦਾ ਹੈ, ਜਿਹੜਾ ਵਿਸ਼ਿਆਂ ਵਕਾਰਾਂ ਤੋਂ ਉੱਚਾ ਏ। ਇਹ ਬੰਦਾ ਉਹ ਖੇਡ ਖੇਡ ਸਕਦਾ, ਹਾਰੀ ਸਾਰੀ ਬੰਦੇ ਦੇ ਵੱਸ ਦੀ ਗੱਲ ਨਹੀਂ। ਆਓ ਤੱਕੋ ਜਰਾ, ਜਿਹੜਾ ਮਨੁੱਖ ਇਹ ਖੇਡ ਖੇਡ ਕੇ ਸੰਸਾਰ ਤੋਂ ਗਿਆ, ਅਸੀਂ ਉਹਨਾਂ ਦਾ ਇਤਿਹਾਸ ਸੰਗਤਾਂ ਨੂੰ ਸਰਵਣ ਕਰਾਉਣਾ ਹੈ। ਉਹ ਦੱਸ ਕੇ ਗਏ ਨੇ ਖੇਡ ਖੇਡਣੀ ਕਿਵੇਂ ਹੈ, ਤੇ ਮੈਂ ਤੁਹਾਡੇ ਸਾਹਮਣੇ ਪੇਸ਼ ਇਹ ਕਰਨਾ ਹੈ ਕਿ ਜਿਨ੍ਹਾਂ ਨੇ ਉਹ ਖੇਡ ਖੇਡੀ ਉਹਨਾਂ ਨੇ ਕੀਤਾ ਕੀ ਹੈ। ਸਿੱਖੀ ਦੇ ਪ੍ਰਚਾਰ ਦਾ ਹਿੱਸਾ ਲਗਾਤਾਰ ਸਵੇਰ ਤੋਂ ਲੈ ਕੇ ਕਥਾਵਾਚਕ ਕੀਰਤਨੀ ਜਥੇ ਕੀਰਤਨ ਸਰਵਣ ਕਰਵਾ ਰਹੇ ਨੇ। ਹੁਣ ਢਾਡੀ ਜਥੇ ਦੀ ਵਾਰੀ ਆਈ ਹੈ ਤੇ ਸਾਰਿਆਂ ਦਾ ਮਨੋਰਥ ਇੱਕ ਹੀ ਹੈ ਕਿ ਜ਼ਿੰਦਗੀ ਦੇ ਅੰਦਰ ਸਾਨੂੰ ਖੇਡ ਖੇਡਣੀ ਆ ਜਾਏ। ਕਲਗੀਧਰ ਪਾਤਸ਼ਾਹ ਨੇ ਆਪ ਆਖਿਆ ਸੀ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣੇ ਆਇਓ ਜਗਤ ਤਮਾਸ਼ਾ। ਸੰਸਾਰ ਨੂੰ ਤਮਾਸ਼ਾ ਸਮਝਣਾ ਇਹ ਹੀ ਖੇਡ ਹੈ ਸਿੱਖ ਦੀ। ਕਹਿਣ ਲੱਗੇ ਜਿਹੜੇ ਅਸੀਂ ਤੁਹਾਡੇ ਸਾਹਮਣੇ ਹੁਣ ਪੇਸ਼ ਕਰਨ ਲੱਗੇ ਆ, ਉਹ ਮਨੁੱਖ ਸਿਰ ਦੇ ਕੇ ਖੇਡ ਖੇਡ ਗਿਆ, ਪਰ ਉਹਨਾਂ ਜ਼ਾਲਮ ਸਰਕਾਰਾਂ ਦੀ ਕਦੇ ਈਨ ਨਾ ਮੰਨੀ। ਆ ਪਰਸੋਂ ਦਾ ਜਿਹੜਾ ਦਿਹਾੜਾ ਲੰਘਿਆ ਹੈ, ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਦਾ ਦਿਹਾੜਾ ਲੰਘਿਆ। ਅਕਾਲੀ ਕੇਵਲ ਨਾਮ ਦੇ ਨਹੀਂ ਸਨ, ਕੇਵਲ ਅਕਾਲ ਪੁਰਖ ਤੇ ਭਰੋਸਾ ਕਰਦੇ ਸਨ। ਜੇ ਲੋੜ ਪਈ ਤੇ ਮਹਾਰਾਜੇ ਦੇ ਸਾਹਮਣੇ ਵੀ ਉਹ ਜਵਾਬ ਦੇਣ ਦੀ ਸਮਰੱਥਾ ਰੱਖਦੇ ਸਨ। ਉਹ ਸਨ ਅਕਾਲੀ ਬਾਬਾ ਫੂਲਾ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ। ਜਦੋਂ ਕਿਤੇ ਮਹਾਰਾਜਾ ਵੀ ਧਰਮ ਨੂੰ ਗਲਤ ਵਰਤਣ ਲੱਗਾ, ਉਹਨਾਂ ਦੇ ਸਾਹਮਣੇ ਉਹ ਸ੍ਰੀ ਸਾਹਿਬ ਲੈ ਕੇ ਖਲੋ ਗਏ। ਇੱਕ ਗੱਲ ਹੋਰ ਥੋੜੀ ਜਿਹੀ ਧਿਆਨ ਤੇ ਰੱਖ ਲਿਓ, ਇੱਕ ਪੰਕਤੀ ਦੇ ਬੜੇ ਅਰਥ ਕੀਤੇ ਜਾਂਦੇ ਨੇ। ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਥੋੜਾ ਜਿਹਾ ਨਖੇੜ ਕਰਕੇ ਵੇਖਿਓ ਇਹ ਪੰਕਤੀ ਦੇ ਅਰਥ ਕੀ ਬਣਦੇ ਨੇ। ਅਰਥ ਇਹ ਬਣਦੇ ਨੇ, ਰਾਜ ਤੇਰਾ ਤਾਂ ਆਵੇਗਾ ਤੂੰ ਧਰਮੀ ਹੋ ਜਾ। ਪਰ ਰਾਜਨੀਤਿਕ ਲੋਕਾਂ ਨੇ ਇਹਨੂੰ ਕਿਵੇਂ ਵਰਤਿਆ? ਕਹਿਣ ਲੱਗੇ ਸਾਡਾ ਰਾਜ ਆਵੇਗਾ ਨਾ ਤੇ ਧਰਮ ਵਧਾਵਾਂਗੇ। ਕੋਰਾ ਝੂਠ। ਪਹਿਲਾਂ ਧਰਮ, ਅਕਾਲ ਤਖਤ ਸਾਹਿਬ ਦੇ ਬਾਹਰ ਦੋ ਨਿਸ਼ਾਨ ਸਾਹਿਬ ਨੇ। ਜਿਹੜਾ ਧਰਮ ਦਾ ਨਿਸ਼ਾਨ ਸਾਹਿਬ ਹੈ ਉੱਚਾ ਏ, ਤੂੰ ਧਰਮੀ ਹੋ ਜਾ, ਰਾਜਨੀਤੀ ਵਾਲਾ ਨਿਸ਼ਾਨ ਸਾਹਿਬ ਆਪੇ ਚੜ ਜਾਏਗਾ। ਪਰ ਜੇ ਤੇਰੇ ਅੰਦਰੋਂ ਧਰਮ ਨਿਕਲ ਗਿਆ ਤੇ ਤੂੰ ਕਦੇ ਰਾਜਾ ਨਹੀਂ ਬਣ ਸਕੇਗਾ, ਕਿਉਂਕਿ ਖਾਲਸਾ ਤੇ ਕੱਲਾ ਵੀ ਰਾਜਾ ਹੈ ਜੇ ਇਹਦੇ ਅੰਦਰ ਧਰਮ ਆ ਜਾਏ। ਕਹਿਣਾ ਮੈਂ ਇਹ ਚਾਹੁੰਦਾ ਹਾਂ, ਜੇ ਅੰਦਰ ਧਰਮ ਨਹੀਂ, ਰਾਜ ਨਹੀਂ ਚੱਲੇਗਾ। ਪਰ ਜੇ ਅਸੀਂ ਧਰਮੀ ਹੋ ਜਾਈਏ, ਰਾਜ ਆਪਣੇ ਆਪ ਆ ਜਾਏਗਾ। ਪਰ ਹੋਇਆ ਉਲਟਾ। ਰਾਜਨੀਤਿਕ ਲੋਕਾਂ ਨੇ ਭੋਲੇ ਭਾਲੇ ਲੋਕਾਂ ਨੂੰ ਇਹਦੇ ਅਰਥ ਕਿਵੇਂ ਕਰਕੇ ਦੱਸੇ ਬਈ ਪੰਥ ਨੂੰ ਖਤਰਾ ਹੈ। ਖਤਰਾ ਪੰਥ ਨੂੰ ਨਹੀਂ, ਖਤਰਾ ਹੈ ਤੁਹਾਡੀ ਕੁਰਸੀ ਨੂੰ। ਤੇ ਨਾ ਕਿਉਂ ਧਰਮ ਨੂੰ ਖਤਰਾ ਹੋ ਨਹੀਂ ਸਕਦਾ? ਜਿਹੜੀ ਚੀਜ਼ ਆਪਣੀ ਜਾਤ 'ਚ ਮੁਕੰਮਲ ਹੈ ਉਹਨੂੰ ਕੋਈ ਮਿਟਾ ਸਕਦਾ? ਵਿਦਵਾਨ ਸੱਜਣ ਬੈਠੇ ਹੋ। ਸੱਚ ਸੰਪੂਰਨ ਨਿਰਮਲਾ, ਜਿਸ ਵਿੱਚ ਕੂੜ ਨ ਰਲਦਾ ਰਾਈ। ਅੱਖੀ ਕੱਤ ਨ ਸੰਚਰੈ, ਤਿੰਨ ਔਖਾ ਦੁੱਖ ਰਹਿਣ ਵਹਾਈ। ਭੋਜਨ ਅੰਦਰ ਮੱਖ ਜਿਉ ਹੋਏ ਦਕੱਦਾ ਫੇਰ ਕਢਾਈ। ਰੋਈ ਅੰਦਰ ਚਿਣਗ ਵਾਂਗ ਦਹਿ ਪਸਮੰਤ ਕਰੇ ਦੁਖਦਾਈ। ਕਾਂਜੀ ਦੁੱਧ ਕਸੁੱਧ ਹੋਏ ਫਿੱਟੇ ਸਾਦੋਂ ਵੰਨੋਂ ਜਾਈ। ਮੋਹਰਾ ਚੱਖ ਕੁ ਚੱਖਿਆ ਬਾਦਸ਼ਾਹ ਮਾਰੇ ਸਹਸਾਈ। ਸੱਚ ਅੰਦਰ ਕਿਉਂ ਕੂੜ ਸਮਾਈ। ਉਹ ਤੱਦਾ ਰਿਹਾ। ਇਹਦੇ ਰਸਤੇ ਦੇ ਵਿੱਚ ਰੰਬੀਆਂ ਆਈਆਂ, ਚਰਖੜੀਆਂ ਆਈਆਂ, ਆਰੀਆਂ ਦੇ ਦੰਦੇ ਆਏ। ਇੱਥੋਂ ਤੱਕ ਕਿ ਪੁੱਤਰਾਂ ਦੇ ਕਾਲਜੇ ਕੱਢ ਕੇ ਬਾਦਸ਼ਾਹ ਦੇ ਮੂੰਹ ਵਿੱਚ ਵੀ ਪਾਇਆ ਗਿਆ। ਉਹ ਵੀ ਸਮਾਂ ਸਾਡੀ ਕੌਮ ਨੇ ਵੇਖਿਆ, ਪਰ ਇਹ ਅੱਗੇ ਵੱਧਦਾ ਚਲਾ ਗਿਆ। ਹੌਲੀ ਹੌਲੀ 30 ਮਾਰਚ 1699 ਨੂੰ ਖਾਲਸਾ ਪੰਥ ਸਾਜਿਆ ਤੇ 1799 ਨੂੰ ਲਾਹੌਰ ਦੇ ਸ਼ਾਹੀ ਦਰਬਾਰ ਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਝੂਲ ਗਿਆ। ਗੱਲ ਉਸ ਸਮੇਂ ਦੀ ਏ ਜਦੋਂ 1823 ਦਾ ਸਮਾਂ ਹੈ। ਸਿੱਖ ਰਾਜ ਸੁੰਦਰ ਜਵਾਨੀਆਂ ਮਾਣ ਰਿਹਾ ਏ। 1,45,000 ਮਰਬਾ ਮੀਲ ਦਾ ਰਾਜ ਕਾਇਮ ਹੋ ਚੁੱਕਾ ਏ। 1,23,800 ਜਵਾਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਡਿਊਟੀ ਕਰ ਰਹੇ ਨੇ। ਉਸ ਸਮੇਂ ਕਾਬਲ ਦਾ ਨਵਾਂ ਬਣਿਆ ਗਵਰਨਰ ਅਜ਼ੀਮ ਖਾਨ, ਇਹਦਾ ਜਿਹੜਾ ਭਰਾ ਹੈ ਯਾਰ ਮੁਹੰਮਦ ਖਾਨ, ਇਹ ਸ਼ੇਰੇ ਪੰਜਾਬ ਦੀ ਈਨ ਮੰਨ ਚੁੱਕਾ ਹੈ।
ਕਿਉਂਕਿ ਪਸ਼ਾਵਰ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਜਿੱਤ ਲਿਆ। ਜਿੱਤਣ ਤੋਂ ਬਾਅਦ ਯਾਰ ਖਾਨ ਮੁਹੰਮਦ ਇਹ ਆ ਕੇ ਪੈਰੀ ਪੈ ਗਿਆ, ਕਹਿਣ ਲੱਗਾ ਮੇਰਾ ਇਲਾਕਾ ਮੈਨੂੰ ਦੇ ਦਿਓ, ਜਿੰਨਾ ਕਰ ਲਾਉਂਦੇ ਮੈਂ ਤੁਹਾਡਾ। ਕਹਿੰਦੇ ਉਹ ਸੀ ਜਾਣਾ, ਤੁਸੀਂ ਮੈਨੂੰ ਮਾਰ ਦਿੰਦੇ, ਮੇਰੇ ਮਰਨ ਤੋਂ ਬਾਅਦ 2 ਧੌਲਾਂ ਮਾਰਦੇ, ਉਹ ਤੁਹਾਨੂੰ ਰਾਹ ਦੱਸ ਕੇ ਮੇਰੀ ਖਾਨਦਾਨੀ ਮੱਥੇ ਦੇ ਕਲੰਕ ਲਵਾ ਜਾਂਦਾ। ਇਸ ਕਰਕੇ ਉਹ ਖਤਰਾ ਟਲ ਗਿਆ। ਇਸੇ ਕਰਕੇ ਜਿਹੜੇ ਮਲਾਹ ਸਨ ਉਹ ਸਨ ਸਾਰੇ ਮੁਸਲਮਾਨ, ਔਰ ਮਦਦ ਕਰਦੇ ਸਨ ਅਜ਼ੀਮ ਖਾਨ ਤੇ ਯਾਰ ਮੁਹੰਮਦ ਖਾਨ ਦੀ। ਉਹਨਾਂ ਨੇ ਬੇੜੀਆਂ ਦਾ ਪੁਲ ਨਾ ਬਣਾਇਆ। ਮਹਾਰਾਜਾ ਰਣਜੀਤ ਸਿੰਘ ਆਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ, ਨਾਲ ਅਕਾਲੀ ਬਾਬਾ ਫੂਲਾ ਸਿੰਘ, 5 ਪਿਆਰੇ ਤਿਆਰ ਹੋ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਅਰਦਾਸ ਕੀਤੀ, ਸਤਿਗੁਰੂ ਇਹ ਅਸਾਂ ਲੜਾਈ ਨਹੀਂ ਛੇੜੀ, ਤੇਰਾ ਖਾਲਸਾ ਦੀਨਾਂ ਤੇ ਦੁਖੀਆਂ ਦਾ ਰਾਖਾ ਏ, ਤੇਰਾ ਖਾਲਸਾ ਪਰਉਪਕਾਰ ਕਰਨ ਵਾਲਾ ਖਾਲਸਾ ਏ, ਤੇਰਾ ਖਾਲਸਾ ਤੇਰੀ ਮੌਤ ਚੋਂ ਪੈਦਾ ਹੋਇਆ ਏ, ਪਰ ਅੱਜ ਜਰਵਾਣਿਆਂ ਨੇ ਲੜਾਈ ਛੇੜ ਦਿੱਤੀ ਏ, ਸਾਡੇ ਤੇ ਕਿਰਪਾ ਕਰ, ਤੇਰਾ ਖਾਲਸਾ ਅੱਜ ਪੈਦਲ ਅਟਕ ਦਰਿਆ ਪਾਰ ਕਰਨ ਲੱਗਾ ਈ। ਪਹਿਲੀ ਵਾਰਾਂ ਕਿਸੇ ਨੇ ਅੱਜ ਤੱਕ ਇਸ ਦਰਿਆ ਨੂੰ ਪਾਰ ਕਰਨ ਦੀ ਜੁਰਤ ਕੀਤੀ ਏ। ਕਹਿਣ ਲੱਗੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਕਰਕੇ ਅਰਦਾਸ, ਸਤਿ ਸ੍ਰੀ ਅਕਾਲ ਦਾ ਛੱਡਿਆ ਜਕਾਰਾ, ਖਿੱਚੀਆਂ ਘੋੜੇ ਦੀਆਂ ਲਗਾਮਾਂ, ਅਟਕ ਦਰਿਆ ਵਿੱਚ ਲੱਗਾ ਏ ਠੇਲਣ। ਕਹਿੰਦੇ ਨੇ ਦਰਿਆ ਚੋਂ ਆਵਾਜ਼ ਆਈ, ਕਹਿਣ ਲੱਗਾ ਰਣਜੀਤ ਸਿਆਂ, ਇਸ ਤੋਂ ਪਹਿਲਾਂ ਕਈ ਆਏ, ਰਾਜਾ ਸਲੋਕਸ ਵਰਗੇ, ਰਾਜਾ ਸਿਕੰਦਰ ਵਰਗੇ, ਉਹ ਬੇੜੀਆਂ ਦੇ ਪੁਲ ਬਣਾ ਕੇ ਮੇਰੀ ਹਿੱਕ ਤੋਂ ਤੈਰ ਕੇ ਪਾਰ ਹੋ ਗਏ, ਪਰ ਜਦੋਂ ਉਹ ਬੇੜੀਆਂ 'ਚ ਬਹਿੰਦੇ ਸਨ ਮੈਂ ਆਪ ਵੇਖੇ ਨੇ, ਉਹ ਥਰੀਅਰ ਕੰਬਦੇ ਸਨ। ਤੇ ਏਡੀ ਵੱਡੀ ਜੁਰਤ ਅੱਜ ਤੂੰ ਮੈਨੂੰ ਪਾਰ ਕਰਨਾ ਚਾਹੁੰਦਾ? ਤੇ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ, ਅਟਕ ਦਰਿਆ ਤੂੰ ਵੀ ਤੇ ਕਿਸੇ ਦੇ ਭੈ 'ਚ ਵਗਣਾ ਹੈ ਨਾ। ਭੈ ਵਿੱਚ ਪਵਨ ਵਹੇ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵੈਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਇਹ ਤੂੰ ਪਰਮਾਤਮਾ ਦੇ ਭੈ ਚੱਲ ਰਿਹਾ ਏ। ਸੱਚ ਹੈ ਗੁਰੂ ਪਿਆਰਿਓ, ਚੰਦਰਮਾ ਸੂਰਜ ਹਰ ਚੀਜ਼ ਚੱਲ ਰਹੀ ਹੈ। ਕਟੰਤ ਰੂਪੰ ਕਟੰਤ ਦੀਪੰ ਕਟੰਤ ਰਵ ਸੱਚਰ ਨਖਤਰ ਗਗਨੰ, ਸਭ ਕੁਝ ਘਟ ਰਿਹਾ ਹੈ, ਸਭ ਕੁਝ ਚੱਲ ਰਿਹਾ ਹੈ, ਔਰ ਉਹਦੇ ਹੁਕਮ 'ਚ ਚੱਲ ਰਿਹਾ ਹੈ। ਕਹਿਣ ਲੱਗੇ ਤੂੰ ਉਹਦੀ ਰਜ਼ਾ 'ਚ ਚੱਲ ਰਿਹਾ ਹੈ, ਪਰ ਆ ਜਿਹੜਾ ਖਾਲਸਾ ਤੈਨੂੰ ਪਾਰ ਕਰਨ ਲੱਗਾ ਏ, ਇਹ ਉਹਦੀ ਮੌਤ 'ਚੋਂ ਪੈਦਾ ਹੋਇਆ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਤੂੰ ਆਪਣੀ ਤੁਗਿਆਨੀ 'ਚ ਆ ਕੇ ਵਗ, ਅੱਜ ਗੁਰੂ ਦਾ ਖਾਲਸਾ ਤੈਨੂੰ ਪਾਰ ਕਰਨ ਲੱਗਾ ਏ। ਫਿਰ ਕੀ ਸੀ? ਖਿੱਚੀਆਂ ਲਗਾਮਾਂ। ਸਭ ਤੋਂ ਪਹਿਲਾਂ ਮਹਾਰਾਜੇ ਨੇ ਘੋੜਾ ਠੇਲਿਆ, ਮਗਰ ਸਾਰਿਆਂ ਨੇ ਉਹਦੇ ਘੋੜੇ ਸੁੱਟ ਦਿੱਤੇ, ਕਰਕੇ ਅਟਕ ਪਾਰ। ਜਿਹੜੇ ਘੇੜਾ ਪਾ ਕੇ ਬੈਠੇ ਸਨ, ਜਿਵੇਂ ਉਹਨਾਂ ਦੀ ਧੌਣ ਤੇ ਗੋਡਾ ਰੱਖ ਕੇ ਉਹਨਾਂ ਕੋਲ ਕਿਲੇ ਖਾਲੀ ਕਰਾਏ, ਉਸ ਵੇਲੇ ਦੀ ਇੱਕ ਵਾਰ ਗਿਆਨੀ ਗੁਰਮੇਜ ਸਿੰਘ ਬੀਏ ਦਾ ਢਾਡੀ ਜੱਥਾ ਇਹਨਾਂ ਅੱਖਰਾਂ 'ਚ ਹੋ ਤੇਰੇ ਜਾਂਗਿਆ ਹੋ ਸਤਿਗੁਰੂ ਮੇਰਿਆ, ਕਲਗੀ ਵਾਲਿਆ, ਪੰਥ ਦਿਆ ਮਾਲਕਾ, ਹੋ ਓਟਾਂ ਤੇਰੀਆਂ। ਉਧਰ ਜੰਗ ਕਮਸਾਨ ਦਾ ਮਚਿਆ, ਦੋਵੇਂ ਦਰਸੇ ਮੈਦਾਨ ਵਿੱਚ ਜੁਟੇ, ਉਧਰ ਅਟਕੇ ਪਹੁੰਚੇ ਮਹਾਰਾਜੀ। ਉਹ ਤੇਰੇ ਅਟਕੇ ਪਹੁੰਚੇ ਮਹਾਰਾਜੀ, ਉਹ ਵੇਖੇ ਪੁਲ ਬੇੜੀਆਂ ਦੇ ਟੁੱਟੇ, ਅਜੇ ਸੋਚਾਂ ਸੀ ਲੰਘਣ ਦੀਆਂ ਸੋਚਦੇ।
ਜਦੋਂ ਦੱਸਿਆ ਸਿੰਘਾਂ ਦਾ ਦਲ ਘੇਰਿਆ, ਜਦੋਂ ਦੱਸਿਆ ਸਿੰਘਾਂ ਦਾ ਦਲ ਘੇਰਿਆ ਹੋਣ ਮੁੜ ਕੇ ਜਵਾਨਾਂ ਤਾਈਂ ਛੁੱਟੇ। ਫੂਲਾ ਸਿੰਘ ਦੇ ਅੱਖੀਂ ਲਹੂ ਆ ਗਿਆ, ਫੂਲਾ ਸਿੰਘ ਦੇ ਅੱਖੀਂ ਲਹੂ ਆ ਗਿਆ, ਉਹ ਜਿਵੇਂ ਟੈਕਣੇ ਬਾਗ ਵਿੱਚ ਗੁੱਟੇ। ਘੋੜਾ ਠੇਲਿਆ ਅਟਕ ਵਿੱਚ ਸੂਰਮੇ, ਘੋੜਾ ਠੇਲਿਆ ਅਟਕ ਵਿੱਚ ਸੂਰਮੇ, ਉਹ ਪਿੱਛੇ ਸਾਰਿਆਂ ਮਗਰ ਉਹਦੇ ਸੁੱਟੇ। ਜਦੋਂ ਗੂੰਜਾ ਸੀ ਨਗਾਰੇ ਦੀਆਂ ਗੂੰਜੀਆਂ, ਜਦੋਂ ਗੂੰਜਾ ਸੀ ਨਗਾਰੇ ਦੀਆਂ ਗੂੰਜੀਆਂ, ਉਹ ਬਾਗਿਆਂ ਆਣ ਗਟਕਾਂ ਦੇ ਫੁੱਟੇ। ਹੱਟ ਹਾਰ ਕੇ ਮੈਦਾਨ ਵਿੱਚੋਂ ਦੌੜਦੇ, ਹਾਰ ਕੇ ਮੈਦਾਨ ਵਿੱਚੋਂ ਦੌੜਦੇ, ਉਹ ਮੁੰਜ ਵੰਗਰਾ ਸਿੰਘਾਂ ਨੇ ਫੜ ਕੁੱਟੇ। ਯਾਦ ਰਹਿੰਦੀਆਂ ਰਹਿੰਦੀਆਂ ਫੂਲਾ ਸਿੰਘਾਂ ਤੇਰੀਆਂ, ਹਾਂ ਜੀ ਹਾਂ ਮਾਰਤੀਆਂ ਜਾਂ। ਜਾ ਕੇ ਪਾਰ ਐਸੀ ਤੇਗ ਵਾਈ ਕਿ ਜਹਾਂਗੀਰੇ ਦਾ ਕਿਲਾ ਤੇ ਖੈਰਾਬਾਦ ਖਾਲੀ ਕਰਵਾ ਲਿਆ। ਗਾਜੀ ਪਠਾਨ ਇੱਥੋਂ 4 ਮੀਲ ਉੱਪਰ ਟਰਕੀ ਪਹਾੜੀ, ਨਸ਼ਹਿਰੇ ਵਾਲੀ ਪਹਾੜੀ ਦੇ ਉੱਪਰ ਜਾ ਚੜੇ। ਹੁਣ 25,000 ਫੌਜ ਲੈ ਕੇ ਕਾਬਲ ਤੋਂ ਆ ਰਿਹਾ ਅਜ਼ੀਮ ਖਾਨ ਹੋਰ। ਯਾਦ ਰਹੇ 45,000 ਏ ਤੇ 25,000 ਉਹ 70,000 ਦੀ ਗਿਣਤੀ ਹੈ। ਇੱਥੇ ਇੱਕ ਰਾਤ ਸਿੰਘਾਂ ਨੇ ਤਾਰਿਆਂ ਦੀ ਛਾਵੇਂ ਕੱਟੀ। ਅਟਕ ਪਾਰ ਹੋ ਕੇ ਸਾਰੀ ਰਾਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਇਹ ਸਲਾਹ ਕਰਦਿਆਂ ਗੁਜ਼ਰੀ ਕਿ ਫੌਜ ਥੱਕੀ ਆਈ ਏ, ਹਮਲਾ ਹੁਣੇ ਕੀਤਾ ਜਾਏ ਕਿ ਕੁਝ ਸਮਾਂ ਰੁਕ ਜਾਈਏ। ਪਰ ਜਿਹੜੀ ਸੂਈਏ ਨੇ ਖਬਰ ਦਿੱਤੀ ਉਹ ਇਹ ਕਿ ਆ ਤੇ ਇਹਨੇ 45,000 ਤੇ ਜੇ ਲੁੰਡੇ ਦਰਿਆ ਤੋਂ ਖੇਸ਼ਗੀ ਦੇ ਮੈਦਾਨ ਵਾਲੇ ਪਾਸੇ ਤੋਂ ਜਿੱਥੋਂ ਅਜ਼ੀਮ ਖਾਨ 40 ਤੋਪਾਂ ਹੋਰ ਲੈ ਕੇ ਦਰਿਆ ਨੂੰ ਪਾਰ ਕਰ ਰਿਹਾ ਏ, ਜੇ ਉਹ ਲੁੰਡੇ ਤੋਂ ਇੱਧਰ ਆ ਗਿਆ ਇਹਨਾਂ ਦੀ ਗਿਣਤੀ ਵੱਧ ਜਾਏਗੀ। ਇਸ ਤੋਂ ਪਹਿਲਾਂ ਕਿ ਉਹ ਫੌਜ ਨਾਲ ਰਲ ਜਾਏ, ਇਹਨਾਂ ਦੀ ਸ਼ਕਤੀ ਵੱਧ ਜਾਏ ਤੇ ਸਾਨੂੰ ਅੱਜ ਹੀ ਹਮਲਾ ਕਰ ਦੇਣਾ ਚਾਹੀਦਾ। ਉਦੋਂ ਕਿਹੜੀ ਤਰੀਕ ਸੀ? 1 ਚੇਤ, ਆ ਜਿਹੜਾ ਪਰਸੋਂ ਦਿਹਾੜਾ ਗੁਜ਼ਰਿਆ 1 ਚੇਤ ਤੇ 14 ਮਾਰਚ। 1 ਚੇਤ 14 ਮਾਰਚ ਵਾਲੇ ਦਿਨ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਭੋਗ ਤੋਂ ਬਾਅਦ ਜਿਹੜਾ ਗੁਰਮਤਾ ਸਾਧਿਆ ਗਿਆ ਉਹਦੀਆਂ 4 ਲੈਣਾ। ਕਿਉਂਕਿ ਇਹ ਮੈਂ ਤਾਂ ਲਾਜ਼ਮੀ ਕਹਾਉਣਾ ਚਾਹੁੰਦਾ ਬੈਂਤ, ਸਮਾਂ ਮੇਰੇ ਕੋਲ ਪੌਣਾ ਘੰਟਾ ਏ। ਕਹਿਣਾ ਮੈਂ ਇਹ ਚਾਹੁੰਦਾ ਹਾਂ ਕਿ ਗੁਰੂ ਦੀ ਹਜ਼ੂਰੀ 'ਚ ਜਿਹੜਾ ਫੈਸਲਾ ਲੈ ਲਿਆ ਉਹਨੂੰ ਫਿਰ ਬੰਦਾ ਬਦਲ ਸਕੇ, ਉਹਦੇ ਵੱਸ ਦੀ ਗੱਲ ਨਹੀਂ। ਇਹ ਜਿਹੜਾ ਫੈਸਲਾ ਲਿਆ ਇਸ ਗੁਰਮਤੇ ਤੇ ਅਕਾਲੀ ਬਾਬਾ ਫੂਲਾ ਸਿੰਘ ਪਰਪੱਕ ਕਿੰਨੇ ਰਹੇ, ਇਸ ਕਰਕੇ ਇਹਦਾ ਬੇਸ ਹੈ ਗੁਰਮਤਾ। ਅੱਜ ਤੇ ਲੋਕਾਂ ਨੇ ਅਰਦਾਸ ਨੂੰ ਵੀ ਲਾਜ ਲਾ ਦਿੱਤੀ। ਇਹ ਗੱਲ ਕਦੇ ਦਰਸ਼ਨ ਸਿੰਘ ਫੇਰੂਮਾਨ ਨੇ ਵੀ ਆਖੀ ਸੀ। ਉਹਨਾਂ ਨੇ ਅਰਦਾਸ ਕੀਤੀ ਤੇ 72 ਦਿਨ ਮੁੜ ਕੇ ਭੁੱਖੇ ਰਹਿ ਕੇ ਉਹ ਅਕਾਲ ਚਲਾਣਾ ਕਰ ਗਏ। ਪਰ ਉਹਨਾਂ ਦੁਨੀਆ ਦੇ ਲੋਕਾਂ ਨੂੰ ਦੱਸਿਆ ਕਿ ਅਰਦਾਸ ਦੀ ਮਹੱਤਤਾ ਕੀ ਹੈ। ਤੇ ਅੱਜ ਅਰਦਾਸ ਅਕਾਲੀ ਬਾਬਾ ਫੂਲਾ ਸਿੰਘ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰ ਤੇ ਖਲੋ ਕੇ ਕਰ ਰਹੇ ਨੇ। ਗੁਰਮਤੇ ਤੋਂ ਬਾਅਦ ਹੁਕਮਨਾਮਾ ਲਿਆ, ਉਹ ਗੁਰਮਤੇ ਦੀਆਂ 4 ਲਾਈਨਾਂ ਬੀਏ ਦਾ ਢਾਡੀ ਜਥਾ ਆਪ ਜੀ ਦੇ ਸਮਕਸ਼ ਹੈ ਉਹ ਪੇਸ਼ ਕਰ ਰਿਹਾ।
ਸੰਗਰਾਂਦ ਦਾਸੀ ਮਹਾਜੇਤ ਤੇ ਦਿਨ ਸੰਗਰਾਂਦ ਦਾਸੀ ਮਹਾਜੇਤ ਤੇ ਦਿਨ ਸੰਗਰਾਂਦ ਦਾਸੀ ਮਹਾਜੇਤ ਤੇ ਦਿਨ ਸੰਗਰਾਂਦ ਦਾਸੀ ਅੰਮ੍ਰਿਤ ਵੇਲੇ ਬਈ ਅੰਮ੍ਰਿਤ ਵੇਲੇ ਦੀਵਾਨ ਸਜਾਇਆ ਸਿੰਘਾਂ ਸੁਣੀ ਆਸਾ ਦੀਵਾਰ ਸਮਾਧੀਆਂ ਲਾ 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 ਫਿਰ ਕਿਹੜਾ ਬਈ ਫਿਰ ਕਿਹੜਾ ਪ੍ਰਸ਼ਾਦ ਵਰਤਾਇਆ ਸਿੰਘਾਂ ਲਾਵੋ ਦੇਰੀ ਨਾ ਕਰੋ ਚੜਾਈ ਜਲਦੀ ਮਤਾ ਗੁਰੂ ਹਜੂਰ ਪਕਾਇਆ ਸਿੰਘਾਂ ਲਾਵੋ ਦੇਰੀ ਨਾ ਕਰੋ ਚੜਾਈ ਜਲਦੀ ਲਾਵੋ ਦੇਰੀ ਨਾ ਕਰੋ ਚੜਾਈ ਜਲਦੀ ਲਾਵੋ ਦੇਰੀ ਨਾ ਕਰੋ ਚੜਾਈ ਜਲਦੀ ਮਤਾ ਗੁਰੂ ਬਈ ਮਤਾ ਗੁਰੂ ਹਜ਼ੂਰ ਪਕਾਇਆ ਸਿੰਘਾਂ ਫਿਰ ਸੋਦੀ ਅਰਦਾਸ ਸੀ ਖਾਲਸੇ ਨੇ 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 ਸਤਿ ਸ੍ਰੀ ਬਈ ਸਤਿ ਸ੍ਰੀ ਅਕਾਲ ਗਜਾਇਆ ਸਿੰਘਾਂ ਸਤਿ ਸ੍ਰੀ ਸ੍ਰੀ ਅਕਾਲ ਗਜਾਇਆ ਸਿੰਘਾਂ ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡੇ। ਗੁਰਮਤੇ ਅਨੁਸਾਰ ਇਹ ਫੈਸਲਾ ਹੋਇਆ ਕਿ ਪਹਿਲਾ ਜਥਾ ਅਕਾਲੀ ਬਾਬਾ ਫੂਲਾ ਸਿੰਘ 700 ਘੋੜਸਵਾਰ 800 ਪੈਦਲ ਇਹ ਪਹਾੜੀ ਦੇ ਚੜ੍ਹਦੇ ਵਾਲੇ ਪਾਸਿਓਂ ਦੀ ਹਮਲਾ ਕਰਨਗੇ। ਪਹਾੜੀ ਇੱਥੋਂ 4 ਮੀਲ ਲਗਭਗ 6 ਕਿਲੋਮੀਟਰ ਅੰਦਾਜ਼ਾ ਲਾ ਲਓ। ਜਦੋਂ ਤੁਸੀਂ ਪਾਕਿਸਤਾਨ ਜਾਓ ਵੇਖਿਓ ਜ਼ਰੂਰ ਵਲੀ ਕੰਧਾਰੀ ਵਾਲੀ ਪਹਾੜੀ ਤੋਂ ਲਹਿੰਦੇ ਵਾਲੇ ਪਾਸੇ ਅਟਕ ਤੋਂ ਪਾਰ ਵਾਲੇ ਪਾਸੇ ਨਜ਼ਰ ਆਏਗੀ। ਇਹ ਜਥਾ ਕਰੇਗਾ ਚੜ੍ਹਾਈ ਚੜ੍ਹਦੇ ਵਾਲੇ ਪਾਸੇ। ਦੂਜਾ ਜਥਾ ਸਰਦਾਰ ਦੇਸਾ ਸਿੰਘ ਮਜੀਠੀਆ, ਸਰਦਾਰ ਫਤਿਹ ਸਿੰਘ ਆਹਲੂਵਾਲੀਆ, ਇਹਦੀ ਜਿਹੜੀ ਕਮਾਂਡ ਹੈ 1000 ਘੋੜਸਵਾਰ ਤੇ 2000 ਪੈਦਲ ਇਹ ਲਹਿੰਦੇ ਵਾਲੇ ਪਾਸਿਓਂ ਪਹਾੜੀ ਤੇ ਜਾ ਕੇ ਹਮਲਾ ਕਰੇਗਾ।
ਔਰ ਤੀਜੀ ਜਿਹੜੀ ਟੁਕੜੀ ਏ ਜਿਹੜੀ ਫੌਜ ਮਹਾਰਾਜਾ ਸਾਹਿਬ ਦੀ, ਉਹ ਸਰਦਾਰ ਖੜਕ ਸਿੰਘ, ਸਰਦਾਰ ਹਰੀ ਸਿੰਘ ਨਲੂਆ, ਇਹਨਾਂ ਨੂੰ ਦੇ ਕੇ 2000 ਘੋੜ ਸਵਾਰ, 3000 ਪੈਦਲ, ਜਿਹੜਾ ਅਜੀਮ ਖਾਨ ਖੇਸ਼ਗੀ ਦੇ ਮੈਦਾਨ ਚੋਂ ਲੁੰਡੇ ਦਰਿਆ ਨੂੰ ਪਾਰ ਕਰ ਰਿਹਾ ਏ, ਉਹਨੂੰ ਪਾਰਲੇ ਪਾਸੇ ਜਾ ਕੇ ਡੱਕਣਾ ਹੈ। ਇਹ ਜੇ ਨਾਲ ਆ ਗਏ ਇਹਨਾਂ ਦੀ ਸ਼ਕਤੀ ਵੱਧ ਨਾ ਜਾਏ, ਉਹਨੂੰ ਰੋਕਣ ਵਾਸਤੇ। ਚੌਥੀ ਕੁਮਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਕੋਲ ਰੱਖੀ ਕਿ ਜਿੱਥੇ ਲੋੜ ਪਵੇ ਉੱਥੇ ਇਹਨੂੰ ਭੇਜਿਆ ਜਾਏਗਾ। ਸਭ ਤੋਂ ਪਹਿਲਾਂ ਅਕਾਲੀ ਬਾਬਾ ਫੂਲਾ ਸਿੰਘ ਦਾ ਜਥਾ ਸ਼ੇਰੇ ਪੰਜਾਬ ਦੇ ਲਾਗੋਂ ਦੀ ਲੰਘਣ ਲੱਗਾ। ਸ਼ੇਰੇ ਪੰਜਾਬ ਇੱਕ ਉੱਚੇ ਟਿੱਬੇ ਤੇ ਖਲੋਤੇ ਨੇ, ਸਫੇਦ ਪਰੀ ਘੋੜੇ ਦੇ ਉੱਤੇ, ਨੰਗੀ ਸ੍ਰੀ ਸਾਹਿਬ ਪਕੜੀ ਹੋਈ ਏ। ਜਦੋਂ ਇੱਕ ਇੱਕ ਸਿੰਘ ਲਾਗੋਂ ਦੀ ਲੰਘਦਾ ਹੈ, ਉਹ ਸਤਿ ਸ੍ਰੀ ਅਕਾਲ ਦਾ ਜਕਾਰਾ ਬੁਲਾਉਂਦਾ ਹੈ ਤੇ ਮਹਾਰਾਜਾ ਸਾਹਿਬ ਅੱਗੋਂ ਦੇ ਕੇ ਜਵਾਬ ਤੇ ਤਲਵਾਰ ਦਾ ਇਸ਼ਾਰਾ ਕਰਦੇ ਨੇ ਮੈਦਾਨੇ ਜੰਗ ਵੱਲ ਨੂੰ। ਇਸ ਤਰ੍ਹਾਂ ਕਰਦਿਆਂ ਹੋਇਆ 1500 ਜਵਾਨ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਮੈਦਾਨੇ ਜੰਗ ਨੂੰ ਰਵਾਨਾ ਹੋ ਚੁੱਕਾ ਹੈ। ਮਗਰ ਪਰੇਡ ਦੇ ਅਨੁਸਾਰ ਦੂਜਾ ਤੁਰਨਾ ਹੈ ਮਹਾਰਾਜੇ ਦੇ ਲਾਗੋਂ ਦੀ ਦੇਸਾ ਸਿੰਘ ਮਜੀਠੀਏ ਦੇ ਜਥੇ ਨੇ। ਅਜੇ 2 ਕੋ ਸਿੰਘ ਹੀ ਲੰਘੇ, ਉਹਨੇ ਚਿਰ ਨੂੰ ਲਾਹੌਰ ਤੋਂ ਇੱਕ ਘੋੜਸਵਾਰ ਆਇਆ। ਉਹਨੇ ਮਹਾਰਾਜਾ ਸਾਹਿਬ ਨੂੰ ਫਤਿਹ ਬੁਲਾਈ। ਕਹਿੰਦੇ ਮਹਾਰਾਜਾ ਸਾਹਿਬ ਮੈਂ ਇੱਕ ਨਵਾਂ ਸੁਨੇਹਾ ਲੈ ਕੇ ਆਇਆ ਏ। ਮਹਾਰਾਜਾ ਕਹਿਣ ਲੱਗੇ ਦੱਸੋ। ਕਹਿੰਦਾ ਜਿਹੜਾ ਸਾਡਾ ਤੋਪਖਾਨਾ ਅੱਜ ਸਵੇਰੇ ਪਹੁੰਚਣ ਦੀ ਆਸ ਸੀ ਨਾ, ਜਨਰਲ ਅਲਾਰਡ ਤੇ ਜਨਰਲ ਵੈਨਤੂਰਾ, ਉਹ ਆਉਣਗੇ ਅੱਜ ਦੁਪਹਿਰ ਬਾਅਦ, ਤੇ ਤੁਸੀਂ ਹਮਲਾ ਕਰਵਾ ਦਿੱਤਾ ਏ। ਉਹਨਾਂ ਕੋਲ ਤੋਪਾਂ ਬੜੀਆਂ ਨੇ, ਤੇ ਜੇ ਸਾਡਾ ਤੋਪਖਾਨਾ ਹੋਰ ਲੇਟ ਹੋ ਗਿਆ ਤੇ ਬਹੁਤ ਜ਼ਿਆਦਾ ਜਾਨੀ ਨੁਕਸਾਨ ਹੋਵੇਗਾ। ਇਸ ਕਰਕੇ ਹਮਲੇ ਨੂੰ ਉਹਨਾਂ ਚਿਰ ਰੁਕਵਾ ਦਿਓ ਜਿੰਨਾ ਕੋ ਚਿਰ ਸਾਡਾ ਤੋਪਖਾਨਾ ਨਹੀਂ ਆ ਜਾਂਦਾ। ਇਹ ਨਪੋਲੀਅਨ ਦੇ ਦੋਵੇਂ ਕਰਨਲ ਸਨ, ਅਲਾਰਡ ਤੇ ਵੈਨਤੂਰਾ। ਵੈਨਤੂਰਾ ਜਿਹੜਾ ਇਟਲੀ ਦਾ ਰਹਿਣ ਵਾਲਾ, ਜਨਰਲ ਅਲਾਰਡ ਜਿਹੜਾ ਇਹ ਫਰਾਂਸ ਦਾ ਰਹਿਣ ਵਾਲਾ ਹੈ। ਨਪੋਲੀਅਨ ਵੈਟਰਲੂ ਦੇ ਮੈਦਾਨ 'ਚ ਹਾਰ ਗਿਆ ਬੈਲਜੀਅਮ ਦੇ ਅੰਦਰ, ਤੇ ਇਹਨਾਂ ਨੂੰ ਰੋਟੀ ਦੇ ਲਾਲੇ ਪੈ ਗਏ। ਇਹ ਰੋਟੀ ਲੱਭਦੇ ਲੱਭਦੇ ਕਾਬਲ ਦੇ ਰਸਤੇ ਪੰਜਾਬ ਆਏ। ਇੱਥੇ ਮੈਂ ਜਿਹੜੀ ਗੱਲ ਕਰਨੀ ਹੈ ਉਹ ਧਿਆਨ ਨਾਲ ਸਰਵਣ ਕਰਿਓ। ਉਸ ਵੇਲੇ ਖਾਲਸਾ ਰਾਜ ਦੀ ਜਿਹੜੀ ਕਰੰਸੀ ਹੈ, ਇਕਨੋਮੀ ਹੈ, ਉਹ ਪੂਰੀ ਦੁਨੀਆ ਨਾਲੋਂ ਉੱਚੀ ਹੈ। ਨਪੋਲੀਅਨ ਦੇ ਕਰਨਲ ਡਿਊਟੀ ਕਰਨ ਵਾਸਤੇ ਮਹਾਰਾਜਾ ਰਣਜੀਤ ਸਿੰਘ ਕੋਲ ਆਉਂਦੇ ਨੇ। ਉਹ ਨਕੰਮਿਆ, ਸਾਡੇ ਦੇਸ਼ ਭਾਰਤ, ਤੇਰੇ ਕੋਲ ਰੋਟੀਆਂ ਨਹੀਂ, ਸਾਡੇ ਬੱਚੇ ਹੁਣ ਤੇਰੇ ਕੋਲ ਜਾ ਕੇ ਪੜ੍ਹਦੇ ਨੇ। ਇਹ ਹੈ ਮਾੜੇ ਉਹ ਲੋਕ ਜਿਨ੍ਹਾਂ ਨੂੰ ਅਸੀਂ ਤਖਤ ਤੇ ਬਿਰਾਜਮਾਨ ਕਰ ਦਿੱਤਾ, ਔਰ ਸਾਡੇ ਦੇਸ਼ ਦੀ ਇਕਨੋਮੀ ਮਾਈਨਸ ਕਈ % ਚਲੀ ਗਈ। ਅੱਜ ਤੋਂ 4 ਸਾਲ ਬਾਅਦ ਸਾਡੇ ਦੇਸ਼ ਦੀ ਕਰੰਸੀ ਬੰਗਲਾਦੇਸ਼ ਨਾਲੋਂ ਥੱਲੇ ਆ ਜਾਏਗੀ। ਉਹ ਵੇਲਾ ਸੀ ਖਾਲਸਾ ਰਾਜ ਦੀ ਕਰੰਸੀ। ਨਪੋਲੀਅਨ ਦੇ ਕਰਨਲ ਮਹਾਰਾਜੇ ਕੋਲ ਆਏ, ਕਹਿੰਦੇ ਨੌਕਰੀ ਦੇ ਦਿਓ, ਰੋਟੀ ਨਹੀਂ ਮਿਲਦੀ। ਤੇ ਮਹਾਰਾਜਾ ਸਾਹਿਬ ਨੇ ਆਖਿਆ ਕੀ ਕਰੋਗੇ? ਕਹਿੰਦੇ ਅਸੀਂ ਤੁਹਾਨੂੰ ਉਧਰ ਦੀਆਂ ਕਵਾਇਦਾਂ ਤੁਹਾਡੇ ਜਵਾਨਾਂ ਨੂੰ, ਸਿਪਾਹੀਆਂ ਨੂੰ ਸਿਖਾਵਾਂਗੇ। ਕਹਿਣ ਲੱਗੇ ਉਹ ਤੇ ਸਿਖਾਓਗੇ, ਪਰ ਦਾੜੀ ਸੁੱਚੀ ਰੱਖਣੀ ਪਵੇਗੀ, ਸਾਡੀਆਂ ਕੋਈ ਸ਼ਰਤਾਂ ਨੇ। ਦਾੜੀ ਸੁੱਚੀ ਰੱਖਣੀ ਪਵੇਗੀ। ਪੁਰਾਣੀਆਂ ਫੋਟੋ ਕਿਤਾਬਾਂ 'ਚ ਵੇਖੋ, ਸਿਰ ਤੇ ਹੈਲਮਟ ਹੈ ਤੋਪਚੀਆਂ ਦੇ, ਤੇ ਥੱਲੇ ਦਾੜੀ। ਤੇ ਦੂਜੀ ਸ਼ਰਤ ਇਹ ਕਿ ਨਸ਼ਾ ਨਹੀਂ ਕਰਨ ਦਿੱਤਾ ਜਾਵੇਗਾ। ਵੈਨਤੂਰਾ ਕਹਿੰਦਾ ਮੈਨੂੰ ਤੇ ਤਮਾਕੂ ਪੀਣ ਦੀ ਆਦਤ ਹੈ। ਮਹਾਰਾਜਾ ਕਹਿੰਦੇ ਛੱਡਣਾ ਪਵੇਗਾ। ਕਹਿੰਦਾ ਜੀ ਕੁਝ ਦਿਨਾਂ 'ਚ ਛੱਡ ਦਿਆਂਗਾ। ਕਹਿਣ ਲੱਗੇ ਪਹਿਲਾਂ ਛੱਡ ਫੇਰ ਆ ਜੀ। ਕਿਤੇ ਕਵਾਇਤਾਂ ਸਿਖਾਉਂਦਾ ਸਿਖਾਉਂਦਾ, ਨਵੇਂ ਤਰੀਕੇ ਸਿਖਾਉਂਦਾ ਸਿਖਾਉਂਦਾ ਇਹਨਾਂ ਨੂੰ ਹੋਰ ਹੀ ਕੁਝ ਨਾ ਸਿਖਾ ਜੀ। ਜਦੋਂ ਸਭ ਕੁਝ ਛੱਡ ਕੇ ਆਇਆ ਨਾ, ਉਦੋਂ ਫੌਜ 'ਚ ਭਰਤੀ ਕੀਤਾ ਜਨਰਲ ਅਲਾਰਡ ਤੇ ਵੈਨਤੂਰਾ ਨੂੰ। ਇਹ ਤੋਪਖਾਨਾ ਲੈ ਕੇ ਪਹੁੰਚ ਰਹੇ ਨੇ। ਜਦੋਂ ਮਹਾਰਾਜੇ ਨੇ ਸੁਣਿਆ ਕਿ ਤੋਪਖਾਨਾ ਲੇਟ ਆ ਰਿਹਾ ਏ, ਉਸੇ ਵੇਲੇ ਇੱਕ ਘੋੜਸਵਾਰ ਨੂੰ ਭਜਾਇਆ ਕਿ ਜਾਓ ਅਕਾਲੀ ਬਾਬਾ ਫੂਲਾ ਸਿੰਘ ਨੂੰ ਬੇਨਤੀ ਕਰੋ ਕਿ ਕੁਝ ਸਮਾਂ ਰੁਕ ਜਾਏ। ਜਦੋਂ ਲੱਗਾ ਇਸ ਗੱਲ ਦਾ ਪਤਾ ਅਕਾਲੀ ਬਾਬਾ ਫੂਲਾ ਸਿੰਘ ਨੂੰ, ਉਹਨਾਂ ਨੇ ਖਿੱਚੀਆਂ ਲਗਾਮਾਂ ਤੇ ਬਿਜਲੀ ਦੀ ਫੁਰਤੀ ਵਾਂਗੂ ਮਹਾਰਾਜਾ ਸਾਹਿਬ ਦੇ ਸਾਹਮਣੇ ਆਏ। ਕਹਿੰਦੇ ਉਹ ਕੀ ਕਿਹਾ ਰਣਜੀਤ ਸਿਆ? ਬਾਦਸ਼ਾਹ ਦਾ ਨਾਂ ਕਿਉਂ ਲੈਂਦੇ ਸਨ ਇਹ ਵੀ ਤੁਹਾਨੂੰ ਮੈਂ ਦੱਸਦਾ। ਇਹ 19 ਸਾਲ ਮਹਾਰਾਜਾ ਰਣਜੀਤ ਸਿੰਘ ਤੋਂ ਵੱਡੇ ਸਨ। 19 ਸਾਲ ਇਹਨਾਂ ਦਾ ਜਿਹੜਾ ਜਨਮ ਹੈ ਸਿੰਘਾਂ ਬਾਂਗਰ ਈਸਰ ਸਿੰਘ ਦੇ ਘਰ ਹੋਇਆ ਏ 1761, ਤੇ ਮਹਾਰਾਜਾ ਰਣਜੀਤ ਸਿੰਘ ਦਾ ਏ 1780 ਦਾ। ਇਹ 19 ਸਾਲ ਵੱਡੇ ਸਨ। ਤੇ ਕਹਿੰਦੇ ਉਹ ਰਣਜੀਤ ਸਿਆ ਕੀ ਕਿਹਾ ਈ? ਕਹਿਣ ਲੱਗਾ ਬਾਬਾ ਜੀ ਆਖਿਆ ਤੇ ਕੁਝ ਨਹੀਂ, ਮੈਂ ਤੇ ਇੰਨਾ ਹੀ ਆਖਿਆ ਏ ਕਿ ਤੋਪਖਾਨਾ ਆ ਜਾਏ ਫਿਰ ਹਮਲਾ ਕਰ ਦਿਆਂਗੇ। ਉਸੇ ਵੇਲੇ ਅੱਖਾਂ ਹੋਈਆਂ ਲਾਲ।
ਅਨਾਰ ਦੇ ਫੁੱਲਾਂ ਵਰਗੀਆਂ ਭਾਵਾਂ ਤਣੀਆਂ, ਆਇਆ ਜੋਧਾ ਜੋਸ਼ ਵਿੱਚ, ਕਹਿਣ ਲੱਗਾ ਓਏ ਮਹਾਰਾਜਾ ਤੈਨੂੰ ਹੋਵੇਗਾ ਮਾਣ ਆਪਣੀਆਂ ਤੋਪਾਂ ਤੇ, ਜਾਂ ਦੁਸ਼ਮਣਾਂ ਨੂੰ ਮਾਣ ਹੋਵੇਗਾ ਆਪਣੀਆਂ ਤੋਪਾਂ ਤੇ, ਉਹ ਤੈਨੂੰ ਹੋਵੇਗਾ ਮਾਣ ਫੌਜਾਂ ਤੇ, ਮੈਨੂੰ ਮਾਣ ਉਹ ਗੁਰੂ ਕਲਗੀਧਰ ਪਾਤਸ਼ਾਹ ਤੇ ਹੈ, ਮੈਨੂੰ ਮਾਣ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਹੈ, ਜਿਹਦੇ ਅੱਗੇ ਅਰਦਾਸਾ ਕੀਤਾ ਏ, ਤੇ ਤੇਰਾ ਮਾਣ ਜਿਹੜਾ ਉਹ ਤੋਪਾਂ ਤੇ ਹੋਵੇਗਾ, ਪਰ ਮੇਰਾ ਮਾਣ ਇਹ ਹੈ। ਪਰ ਇੱਕ ਗੱਲ ਯਾਦ ਰੱਖ, ਅੱਗੇ ਵੀ ਤੈਨੂੰ 2-3 ਵਾਰੀ ਮੈਂ ਬਖਸ਼ ਦਿੱਤਾ ਈ, ਉਹ ਕਿਹੜੇ ਸਨ ਮੌਕੇ, ਉਹ ਵੀ ਤੁਹਾਡੇ ਨਾਲ ਸਾਂਝੇ ਕਰ ਲਾਂ। ਜਲਦੀ ਨਾਲ ਅੱਗੇ ਚੱਲਣਾ, ਕਿਉਂਕਿ ਅੱਜ ਇਸ ਚੀਜ਼ ਦੀ ਲੋੜ ਬੜੀ ਹੈ। ਧਰਮ ਉੱਚਾ ਸੀ, ਰਾਜਨੀਤੀ ਨੀਵੀਂ ਸੀ। ਅੱਜ ਰਾਜਨੀਤੀ ਨੂੰ ਉੱਚਾ ਸਮਝਿਆ ਜਾ ਰਿਹਾ ਹੈ, ਧਰਮ ਨੂੰ ਨੀਵਾਂ ਸਮਝਿਆ ਜਾ ਰਿਹਾ। ਮੈਂ ਆਰੰਭਤਾ ਵੇਲੇ ਵਿਖੇ ਵੀ ਇਹ ਗੱਲ ਕੀਤੀ ਸ਼ੁਰੂ 'ਚ, ਫਿਰ ਦੁਬਾਰਾ ਗੱਲ ਨੂੰ ਦੁਹਰਾਇਆ। ਕਹਿਣ ਲੱਗੇ ਅੱਗੇ ਤੈਨੂੰ 2-3 ਵਾਰੀ ਛੱਡ ਦਿੱਤਾ, ਉਹ ਕਿਹੜਾ ਵੇਲਾ ਸੀ? ਅਕਾਲੀ ਬਾਬਾ ਫੂਲਾ ਸਿੰਘ ਸ਼ੇਰੇ ਪੰਜਾਬ ਨੂੰ ਲਾਹੌਰ ਮਿਲਿਆ, ਕਹਿਣ ਲੱਗਾ ਮਹਾਰਾਜਾ ਪਤਾ ਲੱਗਾ ਏ ਤੂੰ ਮੋਹਰਾਂ ਨਾਉ ਦੀ ਵੇਸਵਾ ਕੋਲ ਗਿਆ ਏ, ਇਹ ਵੀ ਪਤਾ ਲੱਗਾ ਤੂੰ ਆਪਣੇ ਦਰਬਾਰ ਵਿੱਚ ਡੋਗਰਿਆਂ ਨੂੰ ਬੜੇ ਬੜੇ ਵੱਡੇ ਅਹੁਦੇ ਦਿੱਤੇ ਜਿਨ੍ਹਾਂ ਦੀ ਯੋਗਤਾ ਵੀ ਨਹੀਂ। ਤੇ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਬਾਬਾ ਜੀ ਰਾਜੇ ਮਹਾਰਾਜੇ ਇਦਾਂ ਕਰਦੇ ਹੀ ਹੁੰਦੇ ਨੇ। ਅਕਾਲੀ ਬਾਬਾ ਫੂਲਾ ਸਿੰਘ ਨੇ ਆਖਿਆ ਰਣਜੀਤ ਸਿੰਘ ਇਹ ਰਾਜਿਆਂ ਮਹਾਰਾਜਿਆਂ ਦਾ ਰਾਜ ਨਹੀਂ, ਇਹ ਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਫਰਜ਼ੰਦ 7 ਤੇ 9 ਸਾਲ ਦਾ ਜਿਨ੍ਹਾਂ ਦਾ ਨੀਹਾਂ 'ਚ ਲਹੂ ਡੁੱਲਿਆ, ਉਸ ਖੂਨ 'ਚੋਂ ਰਾਜ ਪੈਦਾ ਹੋਇਆ ਏ। ਇਹ ਰਾਜ ਅੱਖਾਂ ਦੇ ਸਾਹਮਣੇ ਕਲਗੀਧਰ ਪਾਤਸ਼ਾਹ ਨੇ ਆਪਣੇ ਵੱਡੇ ਫਰਜ਼ੰਦ ਸ਼ਹੀਦ ਹੁੰਦੇ ਵੇਖੇ, ਉਹਨਾਂ ਦੇ ਡੁੱਲੇ ਖੂਨ 'ਚੋਂ ਪੈਦਾ ਹੋਇਆ ਏ। ਇਸ ਰਾਜ ਦੇ ਬਦਲੇ 4 ਸਾਲ ਦਾ ਪੁੱਤਰ ਉਹਦਾ ਕਾਲਜਾ ਕੱਢ ਕੇ ਕੌਮ ਦੇ ਪਹਿਲੇ ਬਾਦਸ਼ਾਹ ਦੇ ਮੂੰਹ 'ਚ ਪਾਇਆ ਗਿਆ। ਇਹ ਰਾਜ ਰਾਜੇ ਮਹਾਰਾਜਿਆਂ ਦਾ ਰਾਜ ਨਹੀਂ, ਇਹ ਰਾਜ ਤੇ ਗੁਰੂ ਕਲਗੀਧਰ ਦੀ ਬਖਸ਼ਿਸ਼ 'ਚੋਂ ਪੈਦਾ ਹੋਇਆ। ਕੌਮਾਂ ਜੂੰਦੀਆਂ ਸਦਾ ਕੁਰਬਾਨੀਆਂ ਤੇ, ਅਣਖ ਮਰੇ ਤੇ ਕੌਮ ਵੀ ਮਰ ਜਾਂਦੀ, ਉਸ ਕੌਮ ਨੂੰ ਸਦਾ ਇਤਿਹਾਸ ਪੂਜੇ, ਉਸ ਕੌਮ ਨੂੰ ਸਦਾ ਇਤਿਹਾਸ ਪੂਜੇ, ਵਿਪਤਾ ਹੱਸ ਕੇ ਕੌਮ ਜੋ ਜਰ ਜਾਂਦੀ, ਸਿਰ ਦੇ ਸਰਦਾਰ ਕਹਾਏ ਆਪਾਂ, ਸਿਰ ਦੇ ਸਰਦਾਰ ਕਹਾਏ ਆਪਾਂ, ਤਾਈਓ ਸ੍ਰੀ ਦਸਤਾਰਾਂ ਸੋਂਦੀਆਂ ਨੇ, ਸਿਰ ਵਾਰੀ ਨੂੰ ਸਿੰਘ ਨਾ ਮੂਲ ਡਰਦੇ, ਤਾਈਓ ਮੌਤ ਵੀ ਸਿੰਘਾਂ ਤੋਂ ਡਰ ਜਾਂਦੀ, ਤਾਈਓ ਮੌਤ ਵੀ ਸਿੰਘਾਂ ਤੋਂ ਡਰ ਜਾਂਦੀ। ਕਹਿਣ ਲੱਗੇ ਮਹਾਰਾਜਾ ਸਾਹਿਬ ਇਹ ਰਾਜਿਆਂ ਮਹਾਰਾਜਿਆਂ ਦਾ ਰਾਜ ਨਹੀਂ, ਪਰ ਰਣਜੀਤ ਸਿੰਘ ਨੇ ਬਹੁਤਾ ਧਿਆਨ ਨਾ ਦਿੱਤਾ। ਅਕਾਲੀ ਬਾਬਾ ਫੂਲਾ ਸਿੰਘ ਗਏ ਅੰਮ੍ਰਿਤਸਰ, ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ 3 ਹੁਕਮਨਾਮੇ ਜਾਰੀ ਕੀਤੇ। ਕਹਿਣ ਲੱਗੇ ਇਹ ਖਾਲਸਾ ਰਾਜ ਨਹੀਂ, ਇਹ ਪਤਤਾਂ ਦਾ ਰਾਜ ਹੋ ਗਿਆ ਏ। ਅੱਜ ਤੋਂ ਬਾਅਦ ਜਿਹੜੀ ਸਵੇਰੇ ਅੰਮ੍ਰਿਤ ਵੇਲੇ ਖਾਲਸਾ ਰਾਜ ਦੀ ਸਲਾਮਤੀ ਦੀ ਅਰਦਾਸ ਹੁੰਦੀ ਏ, ਇਹ ਅਰਦਾਸ ਨਹੀਂ ਕੀਤੀ ਜਾਏਗੀ। ਦੂਜਾ ਹੁਕਮਨਾਮਾ ਕਿ ਜਿਹੜੀ ਖਾਲਸਾ ਦਰਬਾਰ ਵੱਲੋਂ 11 ਰੁਪਏ ਰੋਜ਼ ਕੜਾਹ ਪ੍ਰਸ਼ਾਦ ਦੀ ਦੇਗ ਵਾਸਤੇ ਆਉਂਦੇ ਨੇ, ਉਹ ਦੇਗ ਪ੍ਰਵਾਨ ਨਾ ਕੀਤੀ ਜਾਏ। ਤੀਜਾ ਹੁਕਮਨਾਮਾ ਇਹ ਕ੍ਰੈਤੀਆ ਏ, ਮਹਾਰਾਜਾ ਇਹਨੂੰ ਕੋਈ ਫਤਿਹ ਨਾ ਬੁਲਾਏ, ਇਹਦੇ ਨਾਲ ਕੋਈ ਮੇਲ ਜੋਲ ਨਾ ਰੱਖੇ। ਇਹ ਹੁਕਮਨਾਮੇ ਪਹੁੰਚੇ ਫੌਜਾਂ ਦੇ ਅੰਦਰ। ਇਧਰੋਂ ਸ਼ੇਰੇ ਪੰਜਾਬ ਬੇਪਰਵਾਹ, ਇਹ ਨਹੀਂ ਪਤਾ ਕਿ ਬਾਪੂ ਨੇ ਚਰਖੜੀ ਘਮਾਤੀ ਹੈ, ਬੇਪਰਵਾਹ ਫੌਜਾਂ 'ਚ ਗਿਆ, ਅੱਗੋਂ ਕਿਸੇ ਨੇ ਫਤਿਹ ਨਾ ਬੁਲਾਈ। ਜਿਹੜੇ ਰੋਜ਼ ਸਲੂਟ ਮਾਰਦੇ ਸਨ, ਸਲਾਮੀਆਂ ਦਿੰਦੇ ਸਨ, ਉਹਨਾਂ ਮੂੰਹ ਪਰਾਂ ਨੂੰ ਫੇਰ ਲਿਆ। ਇਧਰੋਂ ਅੰਮ੍ਰਿਤਸਰ ਵਾਲੇ ਪਾਸਿਓਂ ਇੱਕ ਘੋੜਸਵਾਰ ਆਇਆ, ਕਹਿੰਦਾ ਮਹਾਰਾਜਾ ਅੱਜ ਅੰਮ੍ਰਿਤ ਵੇਲੇ ਖਾਲਸਾ ਰਾਜ ਦੀ ਸਲਾਮਤੀ ਦੀ ਅਰਦਾਸ ਦਰਬਾਰ ਸਾਹਿਬ 'ਚ ਨਹੀਂ ਜੀ ਹੋਈ, ਤੇ ਜਿਹੜੀ ਤੁਸੀਂ ਦੇਗ ਭੇਜੀ ਹੈ ਨਾ, ਉਹਨਾਂ ਨੇ ਉਹ ਦੇਗ ਵੀ ਪ੍ਰਵਾਨ ਨਹੀਂ ਜੇ ਕੀਤੀ। ਕਹਿੰਦੇ ਪਤਤਾਂ ਦਾ ਰਾਜ ਹੈ, ਉਹਨਾਂ ਦੀ ਦੇਗ ਸਾਨੂੰ ਪ੍ਰਵਾਨ ਨਹੀਂ। ਜਦੋਂ ਇਹ ਤਿੰਨੇ ਗੱਲਾਂ ਵੇਖੀਆਂ, ਮਹਾਰਾਜੇ ਦਾ ਮੱਥਾ ਟਣਕਿਆ। ਉਸੇ ਵੇਲੇ ਲਾਹੌਰ ਤੋਂ ਨੰਗੇ ਪੈਰੀ ਅੰਮ੍ਰਿਤਸਰ ਨੂੰ ਤੁਰਿਆ। ਇਹ ਸੀ ਧਰਮ ਦਾ ਰਾਜਨੀਤੀ ਦੇ ਉੱਤੇ ਗਲਬਾ। ਅੱਜ ਰਾਜਨੀਤੀ ਧਰਮ ਨੂੰ ਦੱਬਣਾ ਚਾਹੁੰਦੀ ਏ। ਧਰਮ ਆਪਣੀ ਜਾਤ 'ਚ ਮੁਕੰਮਲ ਹੈ।
ਇਹਨੂੰ ਬਚਾਉਣ ਵਾਸਤੇ ਰਾਜਨੀਤੀ ਜੇ ਕੋਈ ਆਖੇ ਨਾ ਮੈਂ ਵਰਤਣਾ, ਉਹ ਝੂਠਾ ਬੰਦਾ। ਧਰਮ ਆਪ ਬਚਦਾ ਏ, ਪਰ ਉਹ ਗੱਲ ਵੱਖਰੀ ਹੈ ਅਸੀਂ ਧਰਮ ਨੂੰ ਰਾਜਨੀਤੀ ਬਚਾਉਣ ਵਾਸਤੇ ਵਰਤ ਰਹੇ ਹਾਂ, ਐਸਾ ਨਹੀਂ ਹੈ। ਤੱਕੋ ਜਰਾ, ਨੰਗੀ ਪੈਰੀ ਮਹਾਰਾਜਾ ਚੱਲ ਕੇ ਆਇਆ ਅੰਮ੍ਰਿਤਸਰ, ਤੇ ਇੱਕ ਪਾਸੇ ਹੋ ਕੇ ਅਕਾਲੀ ਬਾਬਾ ਫੂਲਾ ਸਿੰਘ ਨੂੰ ਕਹਿੰਦੇ ਨੇ ਬਾਬਾ ਜੀ ਮਾਫ ਕਰ ਦਿਓ। ਬਾਬਾ ਜੀ ਕਹਿਣ ਲੱਗੇ ਰਣਜੀਤ ਸਿਆ ਉਦਣ ਗੱਲ ਤੇਰੇ ਤੇ ਮੇਰੇ ਵਿੱਚ ਸੀ, ਮੁਆਫੀ ਦਿੱਤੀ ਜਾ ਸਕਦੀ ਸੀ, ਪਰ ਅੱਜ ਫੈਸਲਾ ਪੰਥ ਨੇ ਕਰਨਾ ਹੈ। ਅੱਜ ਗੱਲ ਪੰਥਕ ਹੋ ਗਈ ਹੈ, ਇਸ ਕਰਕੇ ਪੰਥ ਫੈਸਲਾ ਕਰੇਗਾ। ਕਹਿਣ ਲੱਗਾ ਜੀ ਜੋ ਸਜ਼ਾ ਦਿਓ ਮੈਨੂੰ ਪ੍ਰਵਾਨ ਹੈ। ਫਿਰ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੋਈ, ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਹ ਫੈਸਲਾ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਤਨਖਾਹੀਆ ਇਹਨੂੰ ਇਮਲੀ ਦੇ ਦਰਖਤ ਦੇ ਨਾਲ ਬੰਨ੍ਹ ਕੇ 21 ਕੋਰੜੇ ਮਾਰੇ ਜਾਣ। ਵਾਹ ਮਰਦਾ, ਜੇ ਕਿਤੇ ਧਰਮ ਦੀ ਗੱਲ ਕਰੇ ਤੇ ਇਦਾਂ ਦੀ ਕਰੇ। ਜੇ ਮਾਇਆ ਦੀ ਗੱਲ ਆਈ, ਤਨਖਾਹ ਨਹੀਂ ਲਈ, ਅਹੁਦਾ ਨਹੀਂ ਲਿਆ, ਜ਼ਗੀਰਾਂ ਨਹੀਂ ਲਈਆਂ, ਤੇ ਜੇ ਕਿਤੇ ਆਈ ਗੱਲ ਪੰਥਕ ਮਰਜ਼ਾਦਾ ਨੂੰ ਜਾਂ ਸਿੱਖੀ ਦੇ ਨਿਯਮਾਂ 'ਚ ਗਿਰਾਵਟ ਆਉਣ ਲੱਗੀ, ਤੇ ਮਹਾਰਾਜੇ ਨੂੰ ਵੀ ਹੁਕਮ ਸੁਣਾ ਦਿੱਤਾ। ਕਹਿਣ ਲੱਗੇ 21 ਕੋਰੜੇ ਮਾਰੇ ਜਾਣਗੇ। ਮਹਾਰਾਜਾ ਰਣਜੀਤ ਸਿੰਘ ਪਿੱਛੇ ਪੈਰੀ ਜਾ ਕੇ ਪਿਛਲੇ ਪਾਸਿਓਂ ਇਮਲੀ ਨੂੰ ਉਹਨਾਂ ਨੇ ਦੋਵੇਂ ਉਂਗਲਾਂ ਫਸਾ ਲੀਆਂ। ਇੱਕ ਸਿੱਖ ਨੇ ਪੁੱਛਿਆ ਕੀ ਗੱਲ ਹੈ, ਕੋਰੜੇ ਵੱਜਣੇ ਨੇ, ਜੱਫੀ ਪਾ। ਕਹਿਣ ਲੱਗਾ ਦਰਅਸਲ 'ਚ ਗੱਲ ਇਹ ਆ, ਮੈਂ ਤੇ ਅੱਜ ਤੱਕ ਕਿਸੇ ਦੁਸ਼ਮਣ ਦਾ ਵਾਰ ਕੰਡ ਤੇ ਨਹੀਂ ਖਾਦਾ, ਤੇ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਘਰੋਂ ਬਖਸ਼ਿਸ਼ ਮਿਲਣੀ ਹੈ ਮੈਂ ਉਹ ਵੀ ਛਾਤੀ ਤੇ ਖਾਣਾ ਚਾਹੁੰਦਾ ਹਾਂ। ਸੰਗਤਾਂ ਬੜੀਆਂ ਸਨ, ਫਿਰ ਆਵਾਜ਼ ਆਈ। ਕਹਿਣ ਲੱਗੇ ਬਾਬਾ ਜੀ ਤੋੜਨਾ ਤੇ ਹੰਕਾਰ ਸੀ, ਉਹ ਟੁੱਟ ਗਿਆ, ਇਹਨਾਂ ਨੂੰ ਛੱਡ ਦਿੱਤਾ ਜਾਏ। ਕਹਿਣ ਲੱਗੇ ਜੇ ਪੰਥ ਕਹਿੰਦਾ ਏ ਤੇ ਪੰਥ ਪ੍ਰਵਾਨਗੀ ਦੇ ਛੱਡ ਦਿੰਨੇ ਆ। ਫਿਰ ਆਵਾਜ਼ਾਂ ਆਈਆਂ ਜੀ ਹੰਕਾਰ ਮਾਰਿਆ ਗਿਆ ਏ, ਹੁਣ ਕੋਰੜੇ ਨਾ ਮਾਰੋ। ਫਿਰ ਕੋਰੜਿਆਂ ਤੋਂ ਵੀ ਮਾਫੀ ਦੇ ਦਿੱਤੀ ਗਈ, ਤੇ ਉਹ ਅਕਾਲੀ ਬਾਬਾ ਫੂਲਾ ਸਿੰਘ ਅੱਜ ਨਸ਼ਹਿਰੇ ਦੇ ਮੈਦਾਨ ਵਿੱਚ ਕਹਿਣ ਲੱਗਾ ਰਣਜੀਤ ਸਿੰਘ ਗਲਤੀ ਤੂੰ ਪਹਿਲਾਂ ਵੀ ਬੜੀ ਵਾਰ ਕੀਤੀ, ਪਰ ਤੈਨੂੰ ਮੈਂ ਬਖਸ਼ ਦਿੰਦਾ ਰਿਹਾ, ਪਰ ਅੱਜ ਮੇਰਾ ਜੀ ਕਰਦਾ ਏ ਕਿ ਆ ਜਿਹੜਾ ਦੋ ਧਾਰਾ ਖੰਡਾ ਏ ਇਹ ਵੀ ਤੇਰੇ ਸਿਰ ਦੇ ਵਿੱਚੋਂ ਪਾਰ ਕਰਦੇ ਆ। ਬਾਬਾ ਜੀ ਜੋਸ਼ ਵਿੱਚ ਆ ਕੇ ਮਹਾਰਾਜੇ ਦੇ ਸਾਹਮਣੇ ਜੋ ਕਹਿ ਰਹੇ ਨੇ, ਆਓ ਬੜੇ ਪਿਆਰ ਨਾਲ ਸਰਵਣ ਕਰੋ। ਬੀਏ ਦਾ ਢਾਡੀ ਜਿਸਾ ਇਹਨਾਂ ਸਤਰਾਂ ਹੇ ਇਉਂ ਮੈਨੇ ਕਰੋ। ਬਲਦੀ ਸ਼ਮਾ ਨੂੰ ਵੇਖ ਜੋ ਨਸ ਜਾਵੇ, ਤੇ ਕਦੇ ਉਸ ਨੂੰ ਕਹੇ ਪਤੰਗ ਕੋਈ ਨਾ, ਵਾਰ ਹੱਥ ਪਲਥੇ ਦੇ ਕੀ ਕਰਨੇ, ਜਿਹਨੂੰ ਹੋਵੇ ਲੜਾਈ ਦਾ ਢੰਗ ਕੋਈ ਨਾ, ਜਿਹੜਾ ਹੀਰ ਸਲੇਟੀ ਲਈ ਸਵਾਮਣ ਨੇ, ਤੇ ਰਾਂਝੇ ਵਰਗਾ ਹੋਰ ਮਲੰਗ ਕੋਈ ਨਾ, ਭਾਗਾਂ ਭਰੀ ਪੰਜਾਬ ਦੀ ਧਰਤ ਕੋਮਲ, ਤੇ ਸਿੱਧਕੀ ਸਿੰਘ ਬਿਨ ਜਿੱਤਦਾ ਜੰਗ ਕੋਈ ਨਾ। ਸੁਣੀ ਅਰਦਾਸ ਤੇ ਸੁਣ ਲਿਆ ਜਕਾਰਾ। ਹੋ ਹੁਣ ਕਿਉਂ ਮੈਨੂੰ ਜਾਂਦਿਆਂ, ਹਾਂ ਹੁਣ ਕਿਉਂ ਮੈਨੂੰ ਜਾਂਦਿਆਂ, ਹੁਣ ਕਿਉਂ ਮੈਨੂੰ ਜਾਂਦਿਆਂ ਭਾਵੇਂ ਟਕਾਰਾ, ਹੁਣ ਕਿਉਂ ਮੈਨੂੰ ਜਾਂਦਿਆਂ ਭਾਵੇਂ ਟਕਾਰਾ, ਹੁਣ ਕਿਉਂ ਮੈਨੂੰ ਜਾਂਦਿਆਂ ਭਾਵੇਂ ਟਕਾਰਾ, ਹੁਣ ਕਿਉਂ ਮੈਨੂੰ ਜਾਂਦਿਆਂ ਭਾਵੇਂ ਟਕਾਰਾ।
ਮੈਂ ਅੰਮ੍ਰਿਤ ਛਕਿਆ ਬਾਟਿਓਂ ਲੈ ਖੰਡੇ ਤਾਰਾ ਮੈਂ ਅੰਮ੍ਰਿਤ ਛਕਿਆ ਬਾਟਿਓਂ ਲੈ ਖੰਡੇ ਤਾਰਾ ਮੈਂ ਅੰਮ੍ਰਿਤ ਛਕਿਆ ਬਾਟਿਓਂ ਲੈ ਖੰਡੇ ਤਾਰਾ ਹੋ ਤੇਰੇ ਅੰਮ੍ਰਿਤ ਛਕਣ ਚ ਜਾਪਦਾ ਕੋਈ ਵਿਘਨਾ ਭਾਰਾ ਤੇਰੇ ਅੰਮ੍ਰਿਤ ਛਕਣ ਚ ਜਾਪਦਾ ਕੋਈ ਵਿਘਨਾ ਭਾਰਾ ਤੇਰੀ ਅੰਮ੍ਰਿਤ ਛਕਣੀ ਚ ਜਾਪਦਾ ਕੋਈ ਵਿਘਨ ਹੈ ਭਾਰਾ ਤੇਰੀ ਅੰਮ੍ਰਿਤ ਛਕਣੀ ਚ ਜਾਪਦਾ ਕੋਈ ਵਿਘਨ ਹੈ ਭਾਰਾ ਹੋ ਉਹ ਜਾ ਹਟ ਜਾ ਮੇਰੇ ਅੱਗਿਓਂ ਕੋਈ ਹੋ ਜੂ ਕਰਾਈਓ ਅੱਗੋਂ ਮੇਰਿਓ ਹੱਟ ਰਣਜੀਤ ਸਿੰਘ ਕਿਤੇ ਤੇਰੇ ਤੇ ਵਾਰ ਨਾ ਚੱਲ ਜਾਵੇ ਨਿਕਲੀ ਤੇਗ ਮਿਆਨ ਚੋਂ ਬਾਹਰ ਮੇਰੀ ਕਿਤੇ ਲਹੂ ਦੀ ਤਾਰ ਨਾ ਚੱਲ ਜਾਵੇ ਹੋ ਛੱਡ ਦੇ ਕੱਚਿਆ ਪਿਲਿਆ ਵਾਗ ਮੇਰੀ ਇਹ ਕਿਧਰੇ ਹੋਰ ਨਾ ਹੋ ਕੋਈ ਗੱਲ ਜਾਵੇ ਤੇਰੀ ਮਹਿਲਾਂ ਦੇ ਵਿੱਚ ਉਡੀਕ ਲੱਗੀ ਮਤਾ ਦਿਲ ਸਰਕਾਰ ਦਾ ਹੱਲ ਜਾਵੇ ਹਟ ਜਾ ਮੇਰੇ ਅੱਗਿਓਂ ਕੋਈ ਹੋ ਜੂ ਕਾਰਾ ਹਟ ਜਾ ਮੇਰੇ ਅੱਗਿਓਂ ਕੋਈ ਹੋ ਜੂ ਕਾਰਾ ਹਟ ਜਾ ਮੇਰੇ ਅੱਗਿਓਂ ਕੋਈ ਹੋ ਜੁਕਾਰਾ ਹਟ ਜਾ ਮੇਰੇ ਅੱਗਿਓਂ ਕੋਈ ਹੋ ਜੁਕਾਰਾ ਹੋ ਫਿਰ ਜਾਏ ਨਾ ਤੇਰੇ ਵਿੱਚ ਦੀ ਖੰਡਾ ਦੋ ਤਾਰਾ ਫਿਰ ਜਾਏ ਨਾ ਤੇਰੇ ਵਿੱਚ ਦੀ ਖੰਡਾ ਦੋ ਤਾਰਾ ਫਿਰ ਜਾਏ ਨਾ ਤੇਰੇ ਵਿੱਚ ਦੀ ਖੰਡਾ ਦੋ ਤਾਰਾ ਫਿਰ ਜਾਏ ਨਾ ਤੇਰੇ ਵਿੱਚ ਦੀ ਖੰਡਾ ਦੋ ਤਾਰਾ ਹੋ ਫਿਰ ਲੋੜ ਹੋਵੇ ਸਖਰਾਜ ਨੂੰ ਤੇਰੀ ਸਰਦਾਰਾ 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 ਹੋ ਜਾ ਬਖਸ਼ਾਂ ਪੰਥ ਦੇ ਨਾਂ ਤੇ ਤੈਨੂੰ ਇੱਕ ਵਾਰ ਆਇਓ ਜਾ ਬਖਸ਼ਾਂ ਪੰਥ ਦੇ ਨਾਂ ਤੇ ਤੈਨੂੰ ਇੱਕ ਵਾਰ ਜਾ ਬਖਸ਼ਾਂ ਪੰਥ ਦੇ ਨਾਂ ਤੇ ਤੈਨੂੰ ਇੱਕ ਵਾਰ ਜਾ ਬਖਸ਼ਾਂ ਪੰਥ ਦੇ ਨਾਮ ਤੇ ਤੈਨੂੰ ਇੱਕ ਵਾਰਾ ਜਾ ਬਖਸ਼ਾਂ ਪੰਥ ਦੇ ਨਾਮ ਤੇ ਤੈਨੂੰ ਇੱਕ ਵਾਰਾ ਤੈਨੂੰ ਇੱਕ ਵਾਰਾ ਤੈਨੂੰ ਇੱਕ ਵਾਰਾ ਹੋ ਅੱਗੋਂ ਮੇਰਿਓਂ ਹਟ ਰਣਜੀਤ ਸਿੰਘਾ ਕਿਤੇ ਤੇਰੇ ਤੇ ਵਾਰ ਨਾ ਚੱਲ ਜਾਵੇ ਨਿਕਲੀ ਤੇਗ ਮਿਆਨ ਚੋਂ ਬਾਹਰ ਮੇਰੀ ਕਿਤੇ ਲਹੂ ਦੀ ਧਾਰ ਨਾ ਚੱਲ ਜਾਵੇ ਉਹ ਛੱਡ ਦੇ ਕੱਚਿਆ ਪਿੱਲਿਆ ਵਾਗ ਮੇਰੀ ਕਿਤੇ ਹੋਰ ਨਾ ਹੋ ਕੋਈ ਗੱਲ ਜਾਵੇ ਤੇਰੀ ਮਹਿਲਾਂ ਦੇ ਵਿੱਚ ਉਡੀਕ ਲੱਗੀ ਮਤਾ ਦਿਲ ਸਰਕਾਰ ਦਾ ਹੱਲ ਜਾਵੇ ਮਹਾਰਾਜਾ ਰਣਜੀਤ ਸਿੰਘ ਪਰੇ ਹੋਏ ਖਿੱਚੀਆਂ ਘੋੜੇ ਦੀਆਂ ਲਗਾਮਾਂ ਅਕਾਲੀ ਜਥੇ ਨੂੰ ਨਾਲ ਲੈ ਕੇ ਸਤਿ ਸ੍ਰੀ ਅਕਾਲ ਦੇ ਜਕਾਰੇ ਬੁਲਾਉਂਦੇ ਹੋਏ ਉਹ ਟਰਕੀ ਪਹਾੜੀ ਦੇ ਚੜ੍ਹਦੇ ਵਾਲੇ ਪਾਸੇ ਜਾ ਕੇ ਸ੍ਰੀ ਸਾਹਿਬ ਦੇ ਨਾਲ ਮੋਰਚੇ ਸੰਭਾਲਣੇ ਸ਼ੁਰੂ ਕਰ ਦਿੱਤੇ। ਉੱਪਰੋਂ ਤੋਪਾਂ ਦੇ ਫੈਰ ਆਉਂਦੇ ਨੇ,
ਉੱਪਰੋਂ ਮੋਰਚਿਆਂ 'ਚ ਬੈਠੇ ਗਾਜੀ ਗੋਲੀਆਂ ਚਲਾ ਰਹੇ ਨੇ। ਇੱਕ ਸਿੰਘ ਨੂੰ ਗੋਲੀ ਲੱਗਦੀ ਏ, ਉਹ ਲੁੜਕਣੇ ਖਾਂਦਾ ਹੋਇਆ ਡਿੱਗਦਾ ਏ, ਤੇ ਦੂਜਾ ਦੂਣੇ ਜੋਸ਼ ਦੇ ਨਾਲ ਸਤਿ ਸ੍ਰੀ ਅਕਾਲ ਦਾ ਜਕਾਰਾ ਛੱਡ ਕੇ ਅਗਾਂਹ ਤੁਰ ਪੈਂਦਾ ਹੈ। ਇੱਕ ਪਾਸੇ 45,000, ਇੱਕ ਪਾਸੇ 1500, ਇੱਕ ਪਾਸੇ ਗੋਲੀਆਂ ਤੇ ਬੰਦੂਕਾਂ। ਪਰ ਜਿਹੜਾ ਅਕਾਲੀ ਜਥਾ ਹੈ ਇਹ ਲੜਾਈ ਵਿੱਚ ਸਭ ਤੋਂ ਚੰਗਾ ਸ੍ਰੀ ਸਾਹਿਬ ਨੂੰ ਚਲਾਉਣਾ ਸਮਝਦਾ ਸੀ। ਇਸ ਕਰਕੇ ਅਕਾਲੀ ਬਾਬਾ ਫੂਲਾ ਸਿੰਘ ਇੱਕ ਸੱਟ ਚੜ੍ਹਦੇ ਪਹਾੜੀ ਦੇ ਉੱਪਰ ਪਹੁੰਚ ਗਏ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਵੇਖਿਆ ਇੰਨਾ ਜੋਸ਼ ਅਕਾਲੀ ਜਥੇ ਦੇ ਅੰਦਰ, ਫਿਰ ਉਹਦੇ ਕੋਲੋਂ ਵੀ ਰਿਹਾ ਨਹੀਂ ਗਿਆ। ਆਹ ਕੌਮਾਂ ਜਿਉਂਦੀਆਂ ਨੇ, ਕੌਮ ਦਾ ਆਗੂ ਖੜਾ ਏ, ਰਾਜਨੀਤਿਕ ਤੇ ਧਾਰਮਿਕ। ਜਦੋਂ ਧਾਰਮਿਕ ਆਗੂ ਨੂੰ ਪਤਾ ਵੇਖਿਆ ਏ ਕਿ ਮੌਤ ਦੇ ਮੂੰਹ ਵਿੱਚ ਪਹੁੰਚ ਗਿਆ ਏ, ਅੱਜ ਆਪਣਾ ਆਪ ਬਚਾਉਨੇ ਆ, ਦੂਜੇ ਨੂੰ ਬਲਦੀ ਦੇ ਬੂਥੇ 'ਚ ਦਿੰਨੇ ਆ। ਪਰ ਉਹਨੇ ਵੇਖਿਆ ਏ ਕਿ ਬਾਬਾ ਜੀ ਨੇ ਬੜਾ ਵੱਡਾ ਰਿਸਕ ਲੈ ਲਿਆ ਏ, ਜਥਾ ਲੈ ਕੇ ਪਹਾੜੀ ਦੇ ਉੱਪਰ ਪਹੁੰਚ ਗਿਆ ਏ, ਗਿਣਤੀ ਬੜੀ ਏ ਤੇ ਉਹਨਾਂ ਕੋਲ ਅਸਲਾ ਅਮਨੀਸ਼ਨ ਬੜਾ ਏ। ਉਸੇ ਵੇਲੇ ਦੇਸਾ ਸਿੰਘ ਮਜੀਠੀਏ ਨੂੰ, ਫਤਿਹ ਸਿੰਘ ਨੂੰ ਹੁਕਮ ਦਿੱਤਾ ਕਿ ਲੈ ਕੇ ਜਥਾ ਅਕਾਲੀ ਦੀ ਮਦਦ ਤੇ ਪਹੁੰਚ ਜਾਓ। ਜਦੋਂ ਅਕਾਲੀ ਬਾਬਾ ਫੂਲਾ ਸਿੰਘ ਨੇ 2-3 ਮੋਰਚੇ ਖਾਲੀ ਕਰਵਾਏ, ਕੁਝ ਸਿੰਘ ਸ਼ਹੀਦ ਹੋ ਕੇ ਡਿੱਗੇ, ਤੇ ਜਾਂ ਵੇਖਿਆ ਸੱਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਤੇਗ ਵਾਰਿਆ ਏ ਤੇ ਖੱਬੇ ਪਾਸੇ ਸਰਦਾਰ ਹਰੀ ਸਿੰਘ ਨਲੂਆ ਲੜ ਰਿਹਾ। ਬਾਬਾ ਫੂਲਾ ਸਿੰਘ ਨੇ ਆਖਿਆ, ਮਹਾਰਾਜਾ ਲੜਨਾ ਕੰਮ ਫੌਜਾਂ ਦਾ ਏ, ਤੂੰ ਮਹਾਰਾਜਾ ਏ, ਤੂੰ ਪਿਛਾਂ ਚਲਾ ਜਾ। ਕਹਿਣ ਲੱਗਾ, ਮੈਂ ਮਹਾਰਾਜਾ ਤੇ ਹੈ, ਪਰ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ, ਉਹਨੇ ਸਾਨੂੰ ਸੰਤ ਸਿਪਾਹੀ ਬਣਾਇਆ ਏ, ਇਸ ਕਰਕੇ ਮੈਂ ਲੜ ਰਿਹਾ। ਤੇ ਬਾਬਾ ਜੀ ਨੇ ਆਖਿਆ, ਗੱਲ ਏ ਕਿ ਜਦੋਂ ਅਸੀਂ ਜਿੱਤਾਂਗੇ ਤੇ ਜੇ ਤੂੰ ਇੱਥੇ ਹੋ ਗਿਆ ਸ਼ਹੀਦ, ਉਹ ਜਿੱਤ ਨੂੰ ਕੋਈ ਸਾਂਭਣ ਵਾਲਾ ਹੀ ਨਾ ਹੋਇਆ, ਤੇ ਆਹ ਕੌਮ ਦੀ ਬੜੀ ਵੱਡੀ ਤਰਾਸਦੀ ਜੇ ਅੱਜ ਪਾਕਿਸਤਾਨ ਤੋਂ ਲੈ ਕੇ ਅੱਜ ਤੱਕ ਸਾਡਾ ਖੂਨ ਤੇ ਬੜਾ ਡੁੱਲਿਆ, ਪਰ ਡੁੱਲੇ ਹੋਏ ਖੂਨ ਨੂੰ ਸਾਂਭਣ ਵਾਲਾ ਕੋਈ ਮਰਦ ਪੈਦਾ ਨਾ ਹੋਇਆ। ਜੇ ਮਰਦ ਪੈਦਾ ਹੋਇਆ, ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਉਹਨਾਂ ਨੇ ਸ਼ਹਾਦਤ ਦਿੱਤੀ, ਪਰ ਉਹਦੀ ਸ਼ਹਾਦਤ ਨੂੰ ਸਾਂਭ ਕੇ ਮੁੜ ਕੇ ਆਪਣਾ ਘਰ ਮੰਗਣ ਵਾਲਾ ਕੋਈ ਪੈਦਾ ਨਾ ਹੋਇਆ। ਇਹੋ ਜਿਹੇ ਹੁੰਦੇ ਨੇ ਧਾਰਮਿਕ ਆਗੂ। ਕਹਿਣ ਲੱਗੇ, ਜਾ ਡੋਗਰੇ ਤੇ ਪਹਿਲਾਂ ਹੀ ਬੜੀਆਂ ਫੰਨਾਂ ਚੁੱਕੀ ਫਿਰਦੇ ਨੇ, ਇੱਥੇ ਕਿਸੇ ਪਠਾਨ ਦੀ ਗੋਲੀ ਵੱਜ ਗਈ, ਤੂੰ ਇੱਥੇ ਸ਼ਹੀਦ ਹੋ ਗਿਆ। ਜਿੱਤ ਚੰਗੇ ਬੰਦਿਆਂ ਦੇ ਕੋਲ ਜਾਏ। ਭਾਵ ਇਹ ਹੈ ਪ੍ਰਮਾਤਮਾ ਕਿਰਪਾ ਕਰੇ, ਸ਼ਕਤੀ ਚੰਗੇ ਬੰਦੇ ਕੋਲ ਆ ਜਾਏ, ਉਹ ਲੋਕਾਂ ਦਾ ਭਲਾ ਕਰੇਗਾ। ਸ਼ਕਤੀ ਮਾੜੇ ਬੰਦੇ ਕੋਲ ਆ ਜਾਏ, ਉਹ ਲੋਕਾਂ ਤੇ ਪਰਚੇ ਦਰਜ ਕਰਾਏਗਾ। ਪੈਸਾ ਚੰਗੇ ਬੰਦੇ ਕੋ ਆ ਜਾਏ, ਉਹ ਲੰਗਰ ਲਾਏਗਾ, ਗਰੀਬਾਂ ਦੇ ਕੰਮ ਸਵਾਰੇਗਾ। ਪੈਸਾ ਮਾੜੇ ਬੰਦੇ ਕੋ ਆ ਜਾਏ, ਉਹ ਦੁਰਾਚਾਰੀ ਤੇ ਵਿਚਾਰੀ ਹੋ ਜਾਏਗਾ। ਮੇਰੇ ਕਹਿਣ ਦਾ ਭਾਵ, ਗੁਰੂ ਕਿਰਪਾ ਕਰੇ ਕਦੇ ਮਾੜੇ ਬੰਦੇ ਕੋਲ ਸ਼ਕਤੀ ਨਾ ਆਵੇ, ਸ਼ਕਤੀ ਚੰਗੇ ਕੋ ਹੋਵੇ ਤਾਂ ਕਿ ਭਲਾ ਕਰਵਾ ਸਕੀਏ ਤੇ ਕਰ ਸਕੀਏ। ਕਹਿਣ ਲੱਗੇ, ਜਾ ਜਿੱਤੀ ਜਾਣੀ ਮੈਨੂੰ ਪਤਾ ਹੈ, ਪਰ ਜਿੱਤਣ ਵਾਸਤੇ ਮੈਂ ਸਵਾਸਾਂ ਦਾ ਭੰਡਾਰਾ ਖੋਲ ਦੇਣਾ ਹੈ, ਤੇ ਮਹਾਰਾਜਾ ਤੂੰ ਇਹ ਜਿੱਤ ਨੂੰ ਸਾਂਭ ਲਈ। ਇਹ ਗੱਲ ਕਹਿ ਕੇ ਸ਼ੇਰੇ ਪੰਜਾਬ ਨੂੰ ਪਿਛਾਂ ਕਰ ਦਿੱਤਾ ਹੈ। ਵੱਧਦੇ ਹੋਏ ਗਾਂ ਜਾ ਰਹੇ ਨੇ, ਅੱਧੋਂ ਵੱਧ ਮੋਰਚੇ ਫਤਿਹ ਹੋ ਗਏ ਨੇ। ਇੱਕ ਗੋਲੀ ਆਈ ਜਿਹੜੀ ਬਾਬਾ ਜੀ ਦੇ ਖੱਬੇ ਗੋਡੇ ਨੂੰ ਚੀਰ ਕੇ ਘੋੜੇ ਦੇ ਪੇਟ ਵਿੱਚੋਂ ਪਾਰ ਹੋ ਗਈ, ਘੋੜਾ ਡਿੱਗ ਪਿਆ। ਉਸੇ ਵੇਲੇ ਮਹਾਵਤ ਨੇ ਹਾਥੀ ਛੇਰਿਆ, ਉਹ ਲਾਗੇ ਆਂਦਾ ਹੈ ਤੇ ਬਾਬਾ ਜੀ ਮਾਰ ਕੇ ਛਾਲ ਗੋਡੇ ਨੂੰ ਬੰਨ ਲਿਆ ਤੇ ਹਾਥੀ ਦੀ ਹੰਬਾਰੀ ਵਿੱਚ ਚੜ ਗਏ ਨੇ। ਹੁਣ ਜਿਹੜਾ ਜ਼ਖਮੀ ਸ਼ੇਰ ਹੈ ਉਹ ਆਮ ਸ਼ੇਰ ਨਾਲੋਂ ਵੱਧ ਲੜਦਾ ਹੈ। ਪਹਿਲਾਂ ਘੋੜੇ ਤੇ ਲੜ ਰਹੇ ਸਨ, ਹੁਣ ਹਾਥੀ ਦੀ ਹੰਬਾਰੀ 'ਚ ਬਹਿ ਕੇ ਅਕਾਲੀ ਬਾਬਾ ਫੂਲਾ ਸਿੰਘ ਜੀ ਤੇਗ ਵਰਾਉਂਦੇ ਹੋਏ ਜਿਵੇਂ ਨਸ਼ਹਿਰੇ ਦੀਆਂ ਪਹਾੜੀਆਂ ਖਾਲੀ ਕਰਵਾ ਰਹੇ ਨੇ। ਆਖਰੀ ਵਾਰ ਸਾਂਝੀ ਕਰਨੀ ਹੈ। ਇਹਦੇ ਵਿੱਚ ਬਾਬਾ ਜੀ ਜਿੱਤ ਦੇ ਅਖੀਰ ਤੱਕ ਪਹੁੰਚ ਜਾਂਦੇ ਨੇ, ਪਰ ਪਹੁੰਚਦਿਆਂ ਉਹਨਾਂ ਨੂੰ ਗੋਲੀਆਂ ਲੱਗ ਜਾਂਦੀਆਂ ਨੇ। ਇਹ ਟਰਕੀ ਦੀ ਪਹਾੜੀ, ਨਸ਼ਹਿਰੇ ਦੀ ਪਹਾੜੀ, ਅਕੌੜੇ ਦੇ ਮੈਦਾਨ 'ਚੋਂ ਚੱਲ ਕੇ ਗਏ ਸਨ। ਉਹ ਪੂਰੀ ਵਾਰ ਕੌਮ ਦੇ ਹੋ ਗੁਜਰੇ ਮਹਾਨ ਢਾਡੀ ਗਿਆਨੀ ਸੋਹਣ ਸਿੰਘ ਜੀ ਸੀਤਲ ਦੀ ਲਿਖੀ ਹੋਈ ਹੈ। ਇਹਨੂੰ ਰੇੜ ਦਾ ਮਿਰਜ਼ਾ ਆਖਿਆ ਜਾਂਦਾ ਹੈ। ਬੜੇ ਪਿਆਰ ਨਾਲ ਸਰਵਣ ਕਰੋ, ਇਉਂ ਬਿਨੇ ਕੀਤੀ ਜਾ ਰਹੀ ਹੈ।
ਭਰੇ ਜੋਸ਼ ਤੇ ਅਕਾਲੀ ਫੂਲਾ ਸਿੰਘ ਨੇ ਦਿੱਤਾ ਆਖਰੀ ਹੱਲਾ ਰਵਾ। ਰੂਪ ਕਾਲ ਦਾ ਅਕਾਲੀਆਂ ਨੇ ਧਾਰਿਆ ਸਿਰਾਂ ਧੜਾਂ ਦੀਆਂ ਦਿੱਤੀਆਂ ਲਾ। ਸਾਮ ਸਾਮ ਕਾ ਜੋ ਰੱਖੇ ਸੀ ਕਰੁੰਡੀਏ ਦਿੱਤੇ ਤੰਦੀਆਂ ਤੇ ਚੜ ਕੇ ਉਡਾ। ਆਮੋ ਸਾਹਮਣੇ ਤੇ ਦੋਵੇਂ ਪਾਸੇ ਵਰਦੀਆਂ ਵਰਦੀਆਂ ਵਰਦੀਆਂ। ਦੋਹਾਂ ਪਾਸਿਆਂ ਤੋਂ ਮੀਂਹ ਵਾਂਗ ਵਰਦੀਆਂ ਦਿੱਤੀ ਗੋਲੀਆਂ ਨੇ ਖੈਬਰ ਲਾ। ਆਮੋ ਸਾਹਮਣੇ ਜਵਾਨ ਪਏ ਡਿੱਗਦੇ ਹੱਟ ਸੀਨਿਆਂ 'ਚ ਸਗਵੇ ਖਾ। ਪਾਸੇ ਲੁਕੇ ਹੋਏ ਪਠਾਣਾ ਇੱਕ ਖੱਡ 'ਚੋਂ ਦਾਗ ਦਿੱਤੀਆਂ ਅਕਾਲੀ ਨੂੰ ਟਕਾ। ਗੋਲੀਆਂ ਦੇ ਫੱਟ ਸਿੰਘ ਸੂਰਮਾ ਸੂਰਮਾ ਸੂਰਮਾ। ਹਾਕੇ ਗੋਲੀਆਂ ਦੇ ਫੱਟ ਸਿੰਘ ਸੂਰਮਾ ਜ਼ਖਮੀ ਸ਼ੇਰ ਵਾਂਗ ਭਬਕ ਪਿਆ। ਉਹਨੇ ਤੂਲੀ ਮਿਆਨੋ ਕਾਲ ਪੁੱਤਰੀ ਦਿੱਤੇ ਵੈਰੀਆਂ ਦੇ ਸੱਥਰ ਵਿਸ਼ਾ। ਲੋਕਾਂ ਦੀਆਂ ਉਹ ਬਣਾ ਕੇ ਪੌੜੀਆਂ ਚੜ ਸਿਖਰ ਪਹਾੜੀ ਤੇ ਗਿਆ। ਉੱਚਾ ਵੇਖ ਕੇ ਠਿਕਾਣਾ ਮਨ ਭਾਉਂਦਾ ਲਿਆ ਸੂਰਮੇ ਸਿੰਘਾਸਨ ਵਿਛਾ। ਦੂਜੀ ਵਾਰ ਫਿਰ ਖਾ ਕੇ ਕਈ ਗੋਲੀਆਂ ਗੋਲੀਆਂ ਗੋਲੀਆਂ। ਦੂਜੀ ਵਾਰ ਫਿਰ
ਖਾ ਕੇ ਕਈ ਗੋਲੀਆਂ ਯੋਧਾ ਧਰਤੀ ਤੇ ਡਿੱਗ ਆਇਆ। ਆਪ ਹੋ ਗਿਆ ਸ਼ਹੀਦ ਸਿੰਘ ਸੀਤਲਾ, ਆਪ ਹੋ ਗਿਆ ਸ਼ਹੀਦ ਸਿੰਘ ਸੀਤਲਾ, ਸੀਤਲਾ ਝੰਡੇ ਖਾਲਸੇ ਦੇ ਜਿੱਤ ਦੇ ਚੁਲਾ। ਆਪ ਹੋ ਗਿਆ ਸ਼ਹੀਦ ਸਿੰਘ ਸੀਤਲਾ, ਝੰਡੇ ਖਾਲਸੇ ਦੀ ਜਿੱਤ ਦਾ ਚੁਲਾ। ਹੋ ਕਰਮਾ ਵਾਲਿਓ। ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਫਰਲਾ ਜਿਹੜਾ ਹੈ ਹਾਥੀ ਦੇ ਹੌਦੇ ਨਾਲ ਗਾਂ ਨੂੰ ਟਿਕਿਆ। ਮਰਦਾਂ ਦੇ ਕੰਮ ਹੁੰਦੇ ਨੇ, ਉਹ ਸ਼ਹੀਦ ਹੋਣ ਲੱਗੇ ਵੀ ਪਿਛਾਂ ਨਹੀਂ ਡਿੱਗੇ, ਗਾਂ ਨੂੰ ਡਿੱਗੇ। ਇਹ ਖਬਰ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹਾਦਤ ਦੀ ਸ਼ੇਰੇ ਪੰਜਾਬ ਅੱਗੇ ਲੜ ਰਹੇ ਸਨ। ਨਸ਼ਹਿਰੇ ਦੀ ਪਹਾੜੀ ਖਾਲੀ ਹੋ ਗਈ। ਇਸ ਲੜਾਈ ਨੂੰ ਲੋਇਆ ਗਜ਼ਾ ਆਖਿਆ ਜਾਂਦਾ ਹੈ। ਧਰਮ ਵੱਡਾ ਧਰਮ ਯੁੱਧ 10 ਮੀਲਾਂ ਦੇ ਵਿੱਚ ਉੱਥੇ ਜਿਹੜੀਆਂ ਬਣੀਆਂ ਨੇ ਸਮਾਧਾਂ, ਜਿਹੜੇ ਸ਼ਹੀਦ ਹੋਏ ਉਹਨਾਂ ਦੀਆਂ ਯਾਦਗਾਰਾਂ ਬਣਾਈਆਂ ਹੋਈਆਂ, ਜਿਹੜੇ ਇਸਲਾਮ ਵਾਲੇ ਗਾਜੀ ਉੱਥੇ ਪੂਰੇ ਹੋਏ। ਸ਼ੇਰੇ ਪੰਜਾਬ ਕੋਲ ਆਏ। ਇਹ ਖਾਲਸਾ ਰਾਜ ਦਾ ਪਹਿਲਾ ਥੰਮ ਡਿੱਗਾ ਹੈ। ਜਦੋਂ ਇਹ ਡਿੱਗਾ ਹੋਇਆ ਥੰਮ ਵੇਖਿਆ ਤੇ ਉਹਨਾਂ ਦੀਆਂ ਅੱਖਾਂ ਚੋਂ ਪਰਲ ਪਰਲ ਅਥਰੂ ਵਹਿ ਤੁਰੇ। ਕੌਮ ਦੇ ਮਹਾਨ ਕਵੀ ਬਲਗਣ ਸਾਹਿਬ ਲਿਖਦੇ ਨੇ, ਉਹ ਕਹਿੰਦੇ ਜਾਪੇ ਦੇ ਕੁਰਬਾਨੀ ਦੀ ਘੜੀ ਹੋਈ, ਅੰਗ ਅੰਗ ਵਿੱਚ ਅਣਖ ਦੇ ਜੜੇ ਹੋਏ, ਬਾਹਾਂ ਵਿੱਚ ਭਰਿਆ ਲਹੂ ਬੀਰਤਾ ਦਾ, ਡੌਲੇ ਯੋਰ ਦੀ ਜਿੰਦ ਦੇ ਘੜੇ ਹੋਏ, ਸ਼ਾਨ ਬਾਣੇ ਅਕਾਲੀ ਦੀ ਬਣੀ ਹੋਈ, ਤੋੜੇ ਚੱਕਰ ਦਮਾਲੇ ਤੇ ਚੜੇ ਹੋਏ, ਅੱਖਾਂ ਸਦਾ ਲਈ ਮੀਟੀਆਂ ਰਣ ਅੰਦਰ, ਸ਼ਸਤਰ ਅਜੇ ਵੀ ਸ਼ੇਰ ਨੇ ਫੜੇ ਹੋਏ। ਫੂਲਾ ਸਿੰਘ ਅਕਾਲੀ ਦੀ ਲੋਥੀ ਉੱਤੇ ਫੌਜਾਂ ਹੰਝੂਆਂ ਦੇ ਚਾੜਨ ਫੁੱਲ ਪਈਆਂ। ਜਦੋਂ ਵੇਖਿਆ ਸ਼ੇਰੇ ਪੰਜਾਬ ਜੀ ਨੇ, ਅੱਖਾਂ ਆਪ ਮਹਾਰੀਆਂ ਡੁੱਲ ਪਈਆਂ। ਪਿਆ ਵੇਖ ਮੈਦਾਨ ਵਿੱਚ ਸ਼ੇਰ ਬੱਬਰ, ਮਹਾਰਾਜ ਦੀ ਅਕਲ ਹੈਰਾਨ ਰਹਿ ਗਈ। ਗਲਾ ਭਰ ਗਿਆ, ਨੈਣ ਹੋ ਗਏ ਖਾਲੀ, ਜ਼ਖਮ ਖੁੱਲ ਗਏ, ਬੰਦ ਜ਼ੁਬਾਨ ਰਹਿ ਗਈ, ਰੱਤ ਰਗਾਂ ਚੋਂ ਚੱਲਣੀ ਬੰਦ ਹੋਈ, ਦਮ ਤੋੜਦੀ ਜਾਨ ਰਹਿ ਗਈ, ਰੰਗ ਉੱਡਿਆ ਸ਼ੇਰੇ ਪੰਜਾਬ ਦਾ ਵੀ, ਪੂਣੀ ਹੋ ਕੇ ਹੱਥ ਕਿਰਪਾਨ ਰਹਿ ਗਈ। ਇੰਨੀ ਆਖ ਕੇ ਅੰਤ ਨੂੰ ਧਾਂ ਮਾਰੀ, ਮੇਰੀ ਸ਼ਾਨ ਵਾਲਾ ਸੂਰਜ ਲੈ ਗਿਆ ਜੇ, ਫੂਲਾ ਸਿੰਘ ਨਹੀਂ ਮੋਇਆ ਮੈਦਾਨ ਅੰਦਰ, ਮੇਰਾ ਬੁਰਜ ਸ਼ਾਹੀ ਲੋਕੋ ਢਹਿ ਗਿਆ ਜੇ। ਲੱਭਾਂ ਰਾਜ ਦੀ ਛੱਤ ਦਾ ਥੰਮ ਕਿੱਥੋਂ, ਟੁੱਟ ਗਿਆ ਵਿਚਾਲਿਓਂ ਥੰਮ ਮੇਰਾ, ਲੋਕੋ ਦਮ ਉਹ ਦੇ ਗਿਆ ਅੱਜ ਇੱਥੇ, ਜਿਹਦੇ ਦਮਾਂ ਨਾਲ ਚੱਲਦਾ ਸੀ ਦਮ ਮੇਰਾ। ਪੂਰਾ ਹੋ ਗਿਆ ਅੱਜ ਮੈਦਾਨ ਅੰਦਰ, ਦਿਨੇ ਰਾਤ ਜੋ ਕਰਦਾ ਸੀ ਕੰਮ ਮੇਰਾ, ਐਸੇ ਸ਼ੇਰ ਦੀ ਆਖਰੀ ਸੇਜ ਖਾਤਰ, ਲੋਕੋ ਲਾਹ ਵਿਛਾ ਦਿਓ ਚੰਮ ਮੇਰਾ। ਪਰੇ ਹਟ ਜਾਓ, ਅੱਗੇ ਹੋਣ ਦਿਓ, ਮੈਨੂੰ ਮਿੱਤਰੋ ਰੱਜ ਕੇ ਰੋਣ ਦਿਓ, ਮੈਨੂੰ ਪੂਜਾ ਅਕਾਲੀ ਦੀ ਕਰਨ ਦਿਓ, ਮੈਨੂੰ ਚਰਨ ਅਕਾਲੀ ਦੇ ਧੋਣ ਦਿਓ। ਕੂਕ ਕੂਕ ਕੇ ਆਖਿਆ ਫੇਰ ਏਦਾਂ, ਕੀ ਹੁਕਮ ਹੈ ਦਾਸ ਨਿਰਵਾਣ ਦੇ ਲਈ, ਜਥੇਦਾਰ ਜੀ ਕਰੋ ਅਰਮਾਨ ਪੂਰੇ, ਦੋਸ਼ੀ ਖੜਾ ਹੈ ਕੋਰੜੇ ਖਾਣ ਦੇ ਲਈ, ਤੁਸੀਂ ਸਿੱਖ ਦੀ ਪੱਗ ਦੇ ਬਣੇ ਰਾਖੇ, ਉੱਠੋ ਮੇਰੀ ਵੀ ਪੱਗ ਬਚਾਉਣ ਦੇ ਲਈ, ਉੱਠੋ ਉੱਠੋ ਅਕਾਲੀ ਜੀ ਹੁਣੇ ਉੱਠੋ, ਅੱਜ ਝੰਡਾ ਅਕਾਲੀ ਚੜਾਉਣ ਦੇ ਲਈ। ਏਦਾਂ ਹਾਥੀ ਹੰਭਾਰੀ ਦੇ ਵਿੱਚ ਬਹਿ ਕੇ ਅੱਖਾਂ ਮੀਟ ਕਾਨੂੰ ਆਸਣ ਲਾਏ ਹੋਏ ਜੇ, ਫੂਲਾ ਸਿੰਘ ਜੀ ਤੱਕੋ ਖਾਂ ਖੋਲ ਅੱਖਾਂ, ਸਿੰਘ ਸਾਹਿਬ ਬੁਲਾਉਣ ਲਈ ਆਏ ਹੋਏ ਜੇ। ਇੰਨੀ ਕਹਿੰਦਿਆਂ ਫੇਰ ਮਹਾਰਾਜ ਜੀ ਦੀ ਘਿੱਗੀ ਵੱਜ ਗਈ, ਬੋਲ ਬਰੜਾਣ ਲੱਗ ਪਏ। ਕੱਢ ਕੱਢ ਕੇ ਮਾਨ ਸਰੋਵਰਾਂ ਚੋਂ ਰਾਜ ਹੰਸ ਲਈ ਮੋਤੀ ਵਰਾਣ ਲੱਗ ਪਏ, ਪਿਆਰ ਨਾਲ ਪ੍ਰਦਖਣਾ ਕਰਨ ਲੱਗ ਪਏ, ਪ੍ਰੇਮ ਨਾਲ ਬਰਸਾਤ ਬਰਸਾਣ ਲੱਗ ਪਏ, ਫੂਲਾ ਸਿੰਘ ਦੇ ਚਰਨਾਂ ਦੀ ਚੁੱਕ ਮਿੱਟੀ ਮਹਾਰਾਜ ਜੀ ਮੱਥੇ ਨਾਲ ਲਾਣ ਲੱਗ ਪਏ। ਇੰਨੀ ਆਖ ਕੇ ਅੰਤ ਨੂੰ ਧਾਂ ਮਾਰੀ,
ਮੇਰੀ ਸ਼ਾਨ ਵਾਲਾ ਸੂਰਜ ਲੈ ਗਿਆ ਜੇ, ਫੂਲਾ ਸਿੰਘ ਨਹੀਂ ਮੋਇਆ ਮੈਦਾਨ ਅੰਦਰ, ਉਹ ਲੋਕੋ ਬੁਰਜ ਸ਼ਾਹੀ ਮੇਰਾ ਢਹਿ ਗਿਆ ਜੇ। ਇਸ ਤਰ੍ਹਾਂ ਉਹ ਮਹਾਨ ਯੋਧਾ, ਤਿਆਗੀ ਔਰ ਗੁਰੂ ਨੂੰ ਸਮਰਪਿਤ ਤੇ ਧਰਮ ਨੂੰ ਸਮਰਪਿਤ, ਸਾਰੀ ਉਮਰ ਬਿਨਾਂ ਮਾਇਆ ਤੋਂ ਸੇਵਾ ਕਰਦਾ ਰਹੇ। 3 ਕੁ ਸਾਲ ਦੀ ਬੱਚੀ ਹੈ, ਕਾਲੇ ਰੰਗ ਦੇ ਕੱਪੜੇ ਪਾਏ ਨੇ ਤੇ ਉਹਦਾ ਮਾਤਾ ਪਿਤਾ ਕਿਤੇ ਗਵਾਚ ਗਿਆ। 3 ਕੁ ਸਾਲ ਦੀ ਬੱਚੀ ਹੈ, ਕਾਲੇ ਰੰਗ ਦੇ ਕੱਪੜੇ ਪਾਏ ਨੇ। ਆਪਣੇ ਸੱਜੇ ਖੱਬੇ ਵੇਖੋ, ਜਿਹਦੀ ਉਹ ਬੱਚੀ ਗੁੰਮ ਹੋਈ ਹੈ, ਸਟੇਜ ਤੇ ਪਹੁੰਚ ਕੇ ਇੱਥੋਂ ਪ੍ਰਾਪਤ ਕਰ ਸਕਦੇ ਨੇ। ਹਾਂਜੀ, ਮਾਤਾ ਪਿਤਾ, ਹਾਂ ਮਾਤਾ ਪਿਤਾ ਸਟੇਜ ਤੇ ਆਏ ਨੇ, ਉਹ ਬੱਚੀ ਉਹਨਾਂ ਦੇ ਨਾਲ ਨਹੀਂ ਹੈ। ਦੁਬਾਰਾ ਮੈਂ ਬੇਨਤੀ ਕਰਦਾ ਹਾਂ, ਬੱਚੀ ਕਿਤੇ ਰੋ ਰਹੀ ਹੋਵੇਗੀ, ਕਾਲੇ ਰੰਗ ਦੇ ਕੱਪੜੇ ਪਾਏ ਨੇ, ਮਾਤਾ ਪਿਤਾ ਸਟੇਜ ਤੇ ਪਹੁੰਚੇ ਨੇ, ਉਹ ਬੱਚੀ ਨਹੀਂ ਲੱਭ ਰਹੀ। ਬਾਹਰ ਕਿਸੇ ਵੀ ਸੱਜਣ ਨੂੰ ਉਹ ਨਜ਼ਰ ਆਏ, ਉਸ ਬੱਚੀ ਨੂੰ ਉਂਗਲੀ ਲਾ ਕੇ ਅੰਦਰ ਲਿਆਓ ਤਾਂ ਕਿ ਮਾਤਾ ਪਿਤਾ ਉਹਨਾਂ ਦੇ ਦੀਵਾਨ ਵਿੱਚ ਨੇ, ਉਹ ਬੱਚੀ ਉਹਨਾਂ ਨੂੰ ਮਿਲ ਸਕੇ। ਆਓ ਗੁਰੂ ਪਿਆਰਿਓ, ਧੰਨਵਾਦ ਕਰਦਾ ਹਾਂ ਸਾਡੇ ਬਹੁਤ ਸਨਮਾਨਯੋਗ ਭਾਈ ਸਾਹਿਬ, ਭਾਈ ਧਾਰੀਵਾਲ ਸਾਹਿਬ, ਜਿਨ੍ਹਾਂ ਨੇ ਹੁਕਮ ਲਾ ਕੇ ਆਪ ਜੀ ਦੇ ਜੋੜੇ ਝਾੜਨ ਦਾ ਮੌਕਾ ਪ੍ਰਦਾਨ ਕੀਤਾ ਹੈ। ਉਹਨਾਂ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ ਹੈ। ਸਾਡੇ ਬੜੇ ਸਨਮਾਨਯੋਗ ਭਾਈ ਰਜਿੰਦਰ ਸਿੰਘ ਜੀ ਰੰਧਾਵਾ, ਭਾਈ ਕੁਲਵੰਤ ਸਿੰਘ ਜੀ ਧਾਰੀਵਾਲ, ਹੋਰ ਬੇਅੰਤ ਸੰਗਤਾਂ ਵੱਲੋਂ ਮਾਣ ਆਇਆ। ਹਾਰਦਿਕ ਸਨੇਹ ਦਾ ਧੰਨਵਾਦ ਕਰਦਾ ਹਾਂ। ਇਤਿਹਾਸ ਬੜਾ ਲੰਮੇਰਾ ਹੈ। ਧੰਨਵਾਦ ਹੈ ਸੰਤ ਬਾਬਾ ਹਰਭਜਨ ਸਿੰਘ ਜੀ ਕੁੱਲੀ ਵਾਲੇ, ਮਹਾਂਪੁਰਸ਼ ਨੇ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਇੰਨਾ ਵਧੀਆ ਜੀਵਨ, ਇੰਨੇ ਸਾਦੇ ਰਹਿਣ ਵਾਲੇ, ਪਰਮਾਤਮਾ ਦੇ ਲੜ ਲਾਉਣ ਵਾਲੇ, ਮੈਂ ਕਹਿੰਦਾ ਜੇ ਇਹੋ ਜਿਹੇ ਮਹਾਂਪੁਰਸ਼ ਹੋਣ ਫਿਰ ਸਿਰ ਨਵਾਉਣ ਦੀ ਗੱਲ ਨਹੀਂ, ਸਿਰ ਝੁਕਾਉਣ ਦੀ ਗੱਲ ਨਹੀਂ, ਆਪਣੇ ਆਪ ਹੀ ਝੁਕ ਜਾਂਦਾ ਹੈ। ਗੁਰੂ ਮਹਾਰਾਜ ਕਿਰਪਾ ਕਰੇ, ਉਹਨਾਂ ਨੂੰ ਦੇਹ ਰੋਗਤਾ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਤਾਂ ਕਿ ਉਹ ਆਉਂਦੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਸਿੱਖੀ ਦਾ ਪ੍ਰਚਾਰ ਕਰਦੇ ਰਹਿਣ। ਸਾਡੇ ਬਹੁਤ ਸਨਮਾਨਯੋਗ ਬਾਬਾ ਦਰਸ਼ਨ ਸਿੰਘ ਜੀ ਗਮਟਾਲੇ ਵਾਲੇ ਆਪਣੇ ਜਥੇ ਸਮੇਤ ਸਟੇਜ ਤੇ ਪਹੁੰਚ ਗਏ ਨੇ। ਸਟੇਜ ਵੱਲੋਂ ਉਹਨਾਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ, ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਰੇ ਜਥੇ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਉਹਨਾਂ ਵੱਲੋਂ ਮਾਇਆ ਦੇ ਰੂਪ ਚ ਮਾਣ ਆਇਆ ਹੈ। ਹਾਰਦਿਕ ਸਨੇਹ ਦਾ ਧੰਨਵਾਦ ਕਰਦਾ ਹਾਂ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਇਤਿਹਾਸ ਕਹਿੰਦਿਆਂ ਇੱਕ ਨਹੀਂ, ਅਨੇਕਾਂ ਵਗਿਆ ਹੋ ਜਾਂਦੀਆਂ ਨੇ। ਸਾਧ ਸੰਗਤ ਬਖਸ਼ਣਯੋਗ ਹੈ। ਹੋਈਆਂ ਭੁੱਲਾਂ ਨੂੰ ਨਾ ਚਤਾਰਨਾ। ਮੇਰੀਆਂ ਭੈਣਾਂ ਮਾਤਾਵਾਂ ਤੇ ਬੱਚੀਆਂ ਦਾ ਧੰਨਵਾਦ, ਵੀਰਾਂ ਬਜ਼ੁਰਗਾਂ ਤੇ ਨੌਜਵਾਨਾਂ ਦਾ ਧੰਨਵਾਦ, ਸੌਂਡ ਵਾਲੇ ਵੀਰ ਜੀ ਦਾ ਧੰਨਵਾਦ, ਕੋਟਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਵੀਰ ਜੀ ਵੱਲੋਂ ਇੱਕ ਕਵਿਤਾ ਕਹੀ ਗਈ ਸੀ, ਪਰ ਹੁਣ ਸਮਾਂ ਜਦੋਂ ਮਗਰਲਾ ਜਥਾ ਸਟੇਜ ਤੇ ਪਹੁੰਚ ਜਾਏ, ਮੈਂ ਸਮਝਣਾ ਕਿ ਸਮੇਂ ਦੀ ਵਗਿਆ ਨਾ ਕੀਤੀ ਜਾਏ। ਆਉਣ ਵਾਲੇ ਜਥੇ ਨੂੰ ਜੀ ਆਇਆਂ। ਮਾਲਵਾ ਚੈਨਲ ਵਾਲੇ ਜਿਹੜੇ ਲਾਈਵ ਟੈਲੀਕਾਸਟ ਕਰ ਰਹੇ ਨੇ, ਉਹਨਾਂ ਸੱਜਣਾ ਦਾ ਧੰਨਵਾਦ। ਆਓ ਬੜੇ ਪਿਆਰ ਦੇ ਨਾਲ ਫਤਿਹ ਦਾ ਯੋਗ ਉੱਤਰ ਦੇ ਕੇ ਧੰਨਵਾਦੀ ਬਣਾਓ ਤੇ ਗੱਜ ਕੇ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਤਿਕਾਰਯੋਗ ਗਿਆਨੀ ਗੁਰਮੀਤ ਸਿੰਘ ਜੀ BA, ਤਿਨਾਂ ਦੇ ਸਮੂਹ ਢਾਡੀ ਜਥੇ ਨੇ, ਮਹਾਨ ਜਰਨੈਲ, ਮਹਾਨ ਸੂਰਬੀਰ ਜਥੇਦਾਰ ਬਾਬਾ ਅਕਾਲੀ ਫੂਲਾ ਸਿੰਘ ਜੀ ਦਾ ਜੀਵਨ ਇਤਿਹਾਸ ਸੰਗਤਾਂ ਦੇ ਸਨਮੁਖ ਪੇਸ਼ ਕੀਤਾ। ਸੋ ਸੰਗਤ ਜੀ, ਆਪ ਜੀ ਦੇ ਚਰਨਾਂ ਵਿੱਚ ਇੱਕ ਬੇਨਤੀ ਹੈ ਕਿ ਬੜੀ ਵੱਡੀ ਤਾਦਾਦ ਦੇ ਵਿੱਚ ਆਪ ਜੀ ਨੇ ਅੱਜ ਸ਼ਮੂਲੀਅਤ ਕੀਤੀ ਹੈ ਗੁਰਮਤਿ ਸਮਾਗਮ ਦੇ ਅੰਦਰ। ਪਰ ਹੁਣ ਸ਼ਾਮ ਦਾ ਸਮਾਂ ਹੋਇਆ, ਹਿਲਜੁਲ ਕਾਫੀ ਹੋ ਗਈ ਹੈ। ਚਲੋ ਜਿੰਨੀ ਕੁ ਸੰਗਤ ਬੈਠੀ, ਸਾਰਿਆਂ ਦੇ ਚਰਨਾਂ ਵਿੱਚ ਇੱਕ ਬੇਨਤੀ ਹੈ ਕਿ ਜਿਹੜੇ ਪਿੱਛੇ ਤੱਕ ਬੈਠੇ, ਅੱਗੇ ਸਾਰਾ ਪੰਡਾਲ ਜਿਹੜਾ ਖਾਲੀ ਹੈ। ਭੈਣਾਂ ਨੂੰ ਵੀ ਬੇਨਤੀ ਹੈ, ਸਤਿਕਾਰਯੋਗ ਮਾਤਾਵਾਂ, ਛੋਟੀਆਂ ਬੱਚੀਆਂ ਨੂੰ ਵੀ ਬੇਨਤੀ ਹੈ ਵੀ ਮਹਾਰਾਜ ਜੀ ਦੇ ਅੱਗੇ ਸਾਰਾ ਪੰਡਾਲ ਖਾਲੀ ਹੈ, ਦੀਵਾਨ ਖਾਲੀ ਹੈ। ਉੱਠ ਕੇ ਕਿਰਪਾ ਕਰੋ, ਹੱਥ ਜੋੜ ਕੇ ਬੇਨਤੀ ਤੁਹਾਡੇ ਚਰਨਾਂ ਦੇ ਵਿੱਚ ਵੀ ਅੱਗੇ ਅੱਗੇ ਆ ਜਾਓ। ਮੇਰੇ ਸਤਿਕਾਰਯੋਗ ਬਜ਼ੁਰਗ ਬਾਪੂਆਂ, ਸਤਿਕਾਰਯੋਗ ਵੀਰਾਂ ਨੂੰ ਵੀ ਬੇਨਤੀ ਹੈ ਵੀ ਅੱਗੇ ਸਾਰਾ ਪੰਡਾਲ ਆਪਣਾ ਖਾਲੀ ਪਿਆ। ਜਿਹੜੀ ਸੰਗਤ ਨਮਸਕਾਰ ਕਰਨ ਦੇ ਵਾਸਤੇ ਆ ਰਹੀ ਹੈ, ਪਿਛਲੇ ਪਾਸੇ ਉਹਨਾਂ ਦੇ ਵਾਸਤੇ ਜਗ੍ਹਾ ਖਾਲੀ ਹੋ ਜਾਵੇਗੀ। ਉਹ ਫਿਰ ਆਪੋ ਆਪਣਾ ਜਿੰਨਾ ਜਿੰਨਾ ਕਿਸੇ ਨੇ ਸਮਾਂ ਗੁਰੂ ਕੀ ਸੰਗਤ ਮੰਨਣੀ, ਉਹ ਪਿੱਛੇ ਬੈਠ ਜਾਵੇਗਾ। ਇੱਕ ਮਾਤਾਵਾਂ ਨੂੰ ਬੇਨਤੀ ਹੈ ਵੀ ਬੱਚੇ ਪੰਡਾਲ ਦੇ ਵਿੱਚ ਪਕਾਨੇ ਲੈ ਕੇ ਖੇਡ ਰਹੇ ਨੇ, ਕੋਈ ਵਾਜੇ ਵਜਾ ਰਿਹਾ, ਇਹ ਗੁਰੂ ਕਾ ਦਰਬਾਰ ਹੈ, ਗੁਰੂ ਕੀ ਸੰਗਤ ਹੈ, ਇਹਦੀ ਮਾਣ ਮਰਿਆਦਾ ਨੂੰ ਧਿਆਨ ਦੇ ਵਿੱਚ ਰੱਖੀਏ। ਇਹ ਕੋਈ ਮੇਲਾ ਨਹੀਂ। ਸੋ ਇਸ ਵਾਸਤੇ ਜੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਆਪਾਂ ਛਤਰ ਛਾਇਆ ਬਖਸ਼ਿਸ਼ ਲੈਣ ਵਾਸਤੇ ਸੰਤਾਂ ਦੀ ਯਾਦ ਦੇ ਵਿੱਚ ਆਏ ਹਾਂ, ਤੇ ਸਾਨੂੰ ਉਹਨਾਂ ਨੇ ਗੁਰੂ ਕੀ ਸੰਗਤ ਦੇ ਵਿੱਚ ਬੈਠ ਕੇ ਪਰਮੇਸ਼ਰ ਦੀ ਭਜਨ ਬੰਦਗੀ ਕਰਨ ਦਾ
ਜਿਹੜਾ ਅਸੀਂ ਸਾਨੂੰ ਸੁਨੇਹਾ ਦਿੱਤਾ ਸੀ। ਤੇ ਸਾਡੇ ਤੇ ਕਿੰਨੀ ਵੱਡੀ ਕਿਰਪਾ ਸੀ, ਅੱਜ ਤੇ ਉਹ ਸਮਾਂ ਵੀ ਨਹੀਂ ਰਿਹਾ, ਨਾ ਕੋਈ ਭੁੱਖ ਵਾਲੀ ਗੱਲ ਹੈ, ਨਾ ਕੋਈ ਤਕਲੀਫ ਵਾਲੀ ਗੱਲ ਹੈ। ਸਾਨੂੰ ਤੇ ਖਾਣ ਪੀਣ ਦੀ ਵੀ ਬੜੀ ਵੱਡੀ ਮੌਜ ਬੱਝੀ ਹੈ। ਸੋ ਇਸ ਵਾਸਤੇ ਸਤਿਕਾਰਯੋਗ ਭੈਣਾਂ ਨੂੰ ਬੇਨਤੀ ਹੈ, ਜਿਨ੍ਹਾਂ ਦੇ ਨਾਲ ਸੋਹਣੇ ਸੋਹਣੇ ਬੱਚੇ ਆਏ ਨੇ, ਆਪਾਂ ਇਹਨਾਂ ਨੂੰ ਆਪਣੀ ਗੋਦੀ ਦੇ ਵਿੱਚ ਬਿਠਾ ਕੇ ਗੁਰਮਤਿ ਦੀ ਗੁੜਤੀ ਦਈਏ। ਮਾਤਾਵਾਂ ਨੂੰ ਬੇਨਤੀ ਅਗਲੇ ਪਾਸੇ ਲੈ ਆਓ। ਜਿਹੜੇ ਬੱਚੇ ਖਰੂਦ ਕਰ ਰਹੇ ਨੇ, ਜੇ ਨਹੀਂ ਕਾਬੂ ਆ ਰਹੇ, ਫਿਰ ਉਹਨਾਂ ਨੂੰ ਥੋੜ੍ਹਾ ਜਿਹਾ ਆਪਾਂ ਬਾਹਰਲੇ ਪਾਸੇ ਖੜ ਕੇ ਤੇ ਆ ਪਕਾਨੇ ਪਕੂਨੇ ਜਿਹੜੇ ਨੇ, ਇਹ ਸਾਡੀ ਗੁਰਮਤਿ ਇੱਥੇ ਤੇ ਚੇਤੇ ਰੱਖੀਏ ਵੀ ਅਸੀਂ ਉਸ ਵਿਰਸੇ ਦੇ ਮਾਲਕ ਹਾਂ। ਜਿਸ ਵਿਰਸੇ ਦੇ ਵਿੱਚ ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ, ਬਾਬਾ ਅਜੈ ਸਿੰਘ ਜੀ, ਬਾਬਾ ਸੁੰਦਰ ਸਿੰਘ ਜੀ, ਛੋਟੇ ਛੋਟੇ ਜਿਹੜੇ ਭੁਜੰਗ ਫੌਜਾਂ ਸੀ, ਤੇ ਇਹਨਾਂ ਨੇ ਏਡੇ ਏਡੇ ਵੱਡੇ ਕਾਰਨਾਮੇ ਕੀਤੇ। ਸੋ ਉਹਨਾਂ ਦੇ ਆਪਾਂ ਵਿਰਸੇ ਦੇ ਮਾਲਕ ਹਾਂ। ਪਰ ਸਾਡੇ ਬੱਚਿਆਂ ਵੱਲ ਵੇਖ ਕੇ ਉਹ ਲੱਗਦਾ ਵੀ ਜਿਵੇਂ ਅਸੀਂ ਇਹਨਾਂ ਨੂੰ ਨਾ ਕੁਝ ਸਮਝਾ ਨਹੀਂ ਸਕੇ, ਸਿਖਾ ਨਹੀਂ ਸਕੇ। ਅਸੀਂ ਇਹਨਾਂ ਨੂੰ ਇਹੀ ਦੱਸ ਸਕੇ ਹਾਂ ਵੀ 1 2 3 ਚੇਤਰ ਨੂੰ ਬਾਬੇ ਕੁੱਲੀ ਬੜਾ ਵੱਡਾ ਮੇਲਾ ਲੱਗਦਾ, ਉੱਥੇ ਖਿਡੌਣਿਆਂ ਦੀਆਂ ਦੁਕਾਨਾਂ ਲੱਗਦੀਆਂ, ਉੱਥੇ ਜਾਵਾਂਗੇ, ਤੁਹਾਨੂੰ ਪਕਾਨੇ ਲੈ ਕੇ ਦੇਵਾਂਗੇ, ਤੁਹਾਨੂੰ ਬਾਜੀਆਂ ਲੈ ਕੇ ਦੇਵਾਂਗੇ। ਤੇ ਬੱਚਿਆਂ ਦੇ ਮਨ ਦੇ ਵਿੱਚ ਉਹ ਗੱਲਾਂ ਬੈਠ ਗਈਆਂ। ਤੇ ਜੇ ਉੱਥੇ ਕਿਤੇ ਆਪਾਂ ਇਹ ਸਿਖਾਇਆ ਹੁੰਦਾ ਵੀ ਉੱਥੇ ਬੜੇ ਵੱਡੇ ਵੱਡੇ ਵਿਦਵਾਨ ਆਉਂਦੇ ਨੇ, ਗੁਰੂ ਕੀ ਗੱਲ ਸੁਣਾਉਂਦੇ ਨੇ, ਤੁਹਾਨੂੰ ਬਾਬਾ ਜੀਵਨ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਤਾਰੂ ਸਿੰਘ ਜੀ, ਬਾਬਾ ਮਨੀ ਸਿੰਘ ਜੀ ਬਾਰੇ ਪਤਾ ਲੱਗੇਗਾ, ਤੇ ਬੱਚਿਆਂ ਦੇ ਮਨ ਦੇ ਅੰਦਰ ਰੁਚੀ ਪੈਦਾ ਹੁੰਦੀ। ਸੋ ਸੰਗਤ ਜੀ, ਹੱਥ ਜੋੜ ਕੇ ਬੇਨਤੀ ਹੈ, ਇੱਕ ਮੇਰੇ ਵੀਰ ਨੌਜਵਾਨ ਜਿਹੜੇ ਬਾਹਰ ਬੜੀ ਵੱਡੀ ਤਾਦਾਦ ਦੇ ਵਿੱਚ ਫਿਰ ਤੋਂ ਰਹੇ ਨੇ, ਤੇ ਆਹ ਇੱਕ ਵਾਜੇ ਵਜਾ ਰਹੇ ਨਾ, ਇਹ ਕੋਈ ਮੇਲਾ ਨਹੀਂ। ਸਵੇਰੇ ਵੀ ਬੇਨਤੀ ਕੀਤੀ ਸੀ ਵੀ ਸਾਡਾ ਗੁਰੂ ਘਰ ਜਾਣਾ ਠੀਕ ਨਹੀਂ ਰਿਹਾ, ਤੇ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਕਿਹਾ ਨਾ, ਮਨ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁਖ ਨਾ ਉਪਜੇ, ਭਾਵੇਂ 100 ਗੇੜਾ ਆਵੇ ਜਾਓ। ਜੇ ਅਸੀਂ ਆਹ ਕਾਰਨਾਮੇ ਕਰਨੇ ਆ ਵੀ ਇੱਥੇ ਮੱਥਾ ਟੇਕਿਆ, 10 ਰੁਪਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਰੱਖੇ, 10 ਰੁਪਏ ਜਿਹੜਾ ਸਤਿਕਾਰਯੋਗ ਲੱਗਾ ਭਾਈ ਸਾਹਿਬ ਉਹਨੂੰ ਦੇ ਦਿੱਤੇ, ਤੇ ਆਪਣੇ ਕੋਲੋਂ ਜੰਜਾਲ ਲਾਤਾ ਵੀ ਅਸੀਂ ਮੁਕਤ ਹੋ ਗਏ, ਬਾਹਰ ਜਾ ਕੇ ਵਾਜੇ ਵਜਾਏ, 2 ਗੇੜੇ ਇਹਨੂੰ ਦਿੱਤੇ, 2 ਇਹਨੂੰ ਦਿੱਤੇ, ਸਾਡਾ ਜੀ ਮੇਲਾ ਮਨਾਇਆ ਗਿਆ। ਮੇਲਾ ਨਹੀਂ, ਇਹ ਗੁਰਮਤਿ ਸਮਾਗਮ ਹੈ, ਤੇ ਗੁਰੂ ਦੀ ਮੱਤ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਦਰਬਾਰ ਸਜਿਆ। ਇਹ ਜਿਹੜੇ ਮੇਰੇ ਵੀਰ ਬਾਹਰ ਕੋਈ ਪ੍ਰਬੰਧਕ ਸੁਣ ਰਿਹਾ ਹੋਵੇ, ਆ ਜਿਹੜਾ ਮੇਰਾ ਵੀਰ ਵਾਜਾ ਵਜਾ ਰਿਹਾ ਭਾਈ, ਇਹ ਕਿਸੇ ਪੀਰ ਦੀ ਜਗ੍ਹਾ ਤੇ ਮੇਲਾ ਨਹੀਂ ਲੱਗਾ। ਇਸ ਫਰਜ਼ ਨੂੰ ਪਛਾਣੋ। ਕੋਈ ਨੌਜਵਾਨ ਪ੍ਰਬੰਧਕ ਮੇਰਾ ਵੀਰ, ਸਵੇਰੇ ਵੀ ਬੇਨਤੀ ਕੀਤੀ ਸੀ ਵੀ ਅਨੰਦਪੁਰ ਸਾਹਿਬ ਜਾ ਰਹੇ ਹਾਂ, ਉੱਥੇ ਅਸੀਂ ਜਦੋਂ ਟਰਾਲੀਆਂ ਲੈ ਕੇ ਘਰੋਂ ਤੁਰਦੇ ਹਾਂ, ਤੇ ਵਿੱਚ ਅਸੀਂ ਸਕਰੀਨ ਲਾਈ, ਵਿੱਚ ਤਾਸ਼ ਦਾ ਪ੍ਰਬੰਧ ਕੀਤਾ। ਕਿਸੇ ਨੇ ਪੁੱਛਿਆ ਕਿੱਥੇ ਚੱਲੇ ਜੀ, ਹੋਲੇ ਮਹੱਲੇ ਚੱਲੇ ਆ। ਤੇ ਉੱਥੇ ਕਿਸੇ ਚੈਨਲ ਵਾਲੇ ਨੇ ਪੁੱਛਿਆ ਵੀ ਹੋਲੇ ਮਹੱਲੇ ਦਾ ਅਰਥ ਕੇਸ ਗੁਰੂ ਸਾਹਿਬਾਨ ਜੀ ਨੇ ਚਾਲੂ ਕੀਤਾ ਸੀ, 5 ਸ਼ਹੀਦਾਂ ਦੇ ਸਿੰਘਾਂ ਦੇ ਨਾਮ ਦੱਸ ਦਿਓ। ਕੱਖ ਪਤਾ ਨਹੀਂ। ਕਹਿੰਦੇ ਸਾਡੇ ਤੇ ਇਹਦੇ ਵਿੱਚ ਨਾ ਰੁਚੀ ਨਹੀਂ। ਇਹ ਰੁਚੀ ਪਤਾ ਸਾਡੀ ਕਾਹਦੇ ਵਿੱਚ, ਰੋਹ ਵਾਲੀ ਖੀਰ ਦੇ ਵਿੱਚ, ਸਰੋਂ ਵਾਲੇ ਸਾਗ ਦੇ ਵਿੱਚ, ਦੇਸੀ ਘਿਓ ਦੀ ਬਰਫੀ ਦੇ ਵਿੱਚ, ਪਕੌੜਿਆਂ ਦੇ ਵਿੱਚ। ਉੱਥੇ ਜੀ ਆਹ ਲੰਗਰ ਲੱਗਦਾ। ਸਾਨੂੰ ਅੰਮ੍ਰਿਤਸਰ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਪਤਾ ਵੀ ਕਿਹੜੀ ਮੋੜ ਤੇ ਕਿਸ ਪ੍ਰਕਾਰ ਦਾ ਲੰਗਰ ਲੱਗਦਾ, ਤੇ ਇਹ ਨਹੀਂ ਪਤਾ ਵੀ ਉੱਥੇ ਕਿਲੇ ਕਿੰਨੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀ ਕੌਤਕ ਵਰਤਾਏ ਸੀ, ਅਨੰਦਪੁਰ ਸਾਹਿਬ ਜੀ ਦਾ ਸ਼ਾਨਾਮਤੀ ਇਤਿਹਾਸ ਕਿਹੜਾ। ਇਸ ਗੱਲ ਵੱਲ ਧਿਆਨ ਦਿਓ। ਮੌਜ ਮੇਲਾ ਬਾਅਦ ਚ ਮਨਾ ਲਿਓ, ਗੁਰੂ ਕੀ ਸੰਗਤ ਕਰੋ। ਮਤਾਵਾਂ ਨੂੰ ਫਿਰ ਬੇਨਤੀ ਹੈ, ਦੀਵਾਨ ਦੇ ਅਗਲੇ ਪਾਸੇ ਆ ਜਾਓ। ਸਤਿਕਾਰਯੋਗ ਬਹੁਤ ਪ੍ਰੇਮ ਵਾਲੇ ਮਹਾਂਪੁਰਖ ਬਾਬਾ ਦਰਸ਼ਨ ਸਿੰਘ ਜੀ ਗੁਮਟਾਲੇ ਵਾਲੇ ਉਹ ਸੰਗਤ ਦੇ ਵਿੱਚ ਸਟੇਜ ਦੇ ਉੱਪਰ ਸੁਭਾਇਮਾਨ ਨੇ। ਉਹਨਾਂ ਦਾ ਹੁਣ ਸਮਾਂ ਹੈ। ਸੰਤ ਮਹਾਂਪੁਰਸ਼ ਸੰਤ ਬਾਬਾ ਦਰਸ਼ਨ ਸਿੰਘ ਜੀ ਗੁਮਟਾਲੇ ਵਾਲੇ ਜਥੇ ਦੇ ਰੂਪ ਦੇ ਵਿੱਚ ਸੰਗਤਾਂ ਦੇ ਦਰਸ਼ਨ ਕਰਨਗੇ। ਸਰਬੱਤ ਸੰਗਤਾਂ ਉਹਨਾਂ ਦੇ ਪਾਸੋਂ ਗੁਰਬਾਣੀ ਦਾ ਕੀਰਤਨ, ਗੁਰਬਾਣੀ ਕਥਾ ਦਾ ਲਾਹਾ ਪ੍ਰਾਪਤ ਕਰੋ ਜੀ। ਬੇਨਤੀ ਫਿਰ ਆਪ ਜੀ ਦੇ ਚਰਨਾਂ ਵਿੱਚ ਇਕਾਗਰਤਾ ਬਣਾਓ, ਸਾਵਧਾਨ ਇਕਾਗਰ ਚੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮਹਾਰਾਜ। ਸਤਿਕਾਰਯੋਗ ਮਾਤਾ ਜੀ 100 ਦਮੜਾ ਦੇ ਕੇ ਗਏ ਨੇ ਕਿ ਜਿਹੜੇ 3 ਮਹੀਨਿਆਂ ਤੋਂ ਉੱਪਰ ਸੰਘਰਸ਼ ਕਰ ਰਹੇ ਨੇ ਦਿੱਲੀ ਦੇ ਵਿੱਚ, ਛੋਟੇ ਛੋਟੇ ਬੱਚੇ, ਬਜ਼ੁਰਗ, ਮਾਤਾਵਾਂ, ਨੌਜਵਾਨ ਵੀਰ, ਸਮੂਹ ਕਿਸਾਨ ਜਥੇਬੰਦੀਆਂ, ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਸਰਬੱਤ ਸੰਗਤ ਆਪਾਂ ਰਲ ਮਿਲ ਕੇ ਜੈਕਾਰਾ ਛੱਡੀਏ। ਗੁਰੂ ਕਿਰਪਾ ਕਰੇ ਕਿਤੇ ਜਿਹੜੀਆਂ ਸਰਕਾਰਾਂ ਹੈ ਉਹਨਾਂ ਦੇ ਦਿਮਾਗ ਦੇ ਵਿੱਚ ਮੋੜ ਪਾਏ ਜਾਵੇ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਨਾਨਕ ਦੇਵ ਮਹਾਰਾਜ ਕੋਈ ਕਲਾ ਵਰਤਾਉਣ। ਆਓ ਰਲ ਮਿਲ ਕੇ ਜੈਕਾਰਾ ਛੱਡੀਏ। ਫਿਰ ਬਾਬਾ ਦਰਸ਼ਨ ਸਿੰਘ ਜੀ ਦਾ ਸਮਾਂ ਪ੍ਰਾਰੰਭ ਹੋ ਚੁੱਕਾ ਜੀ। ਬੋਲੇ ਸੋ ਨਿਹਾਲ।
ਵਾਹਿਗੁਰੂ।